ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸ਼ੁਰੂਆਤ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਨਵੀਂ ਕੈਬਨਿਟ ਤੋਂ ਕਰਦੇ ਹਾਂ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਜੀ। ਜੀ ਧੰਨਵਾਦ ਪ੍ਰੋਫੈਸਰ ਸਾਹਿਬ। ਨਵੇਂ ਚਿਹਰਿਆਂ ਨੂੰ ਆਮ ਆਦਮੀ ਪਾਰਟੀ ਦੀ ਕੈਬਨਿਟ ਦੇ ਵਿੱਚ ਥਾਂ ਦਿੱਤਾ ਗਿਆ, ਪਰ ਕੁਝ ਦਿੱਗਜ ਚਿਹਰੇ ਕਹਿ ਲਓ ਜਾਂ ਇਹਨਾਂ ਦੇ ਜਿਹੜੇ ਦੂਜੀ ਵਾਰ MLA ਬਣੇ ਨੇ, ਸੀਨੀਅਰ MLA ਨੇ, ਉਹਨਾਂ ਦੇ ਨਾਵਾਂ ਦੀ ਚਰਚਾ ਸੀਗੀ। ਅਮਨ ਅਰੋੜਾ, ਬਲਜਿੰਦਰ ਕੌਰ ਜਾਂ ਹੋਰ ਜਿੰਨੇ ਹੈਗੇ ਨੇ। ਬਲਜਿੰਦਰ ਕੌਰ ਦਾ ਇੱਕ ਫੇਸਬੁੱਕ ਤੇ ਕਮੈਂਟ ਆਇਆ, ਉਹਦੇ ਤੇ ਬਾਅਦ ਵਿੱਚ ਉਹਨਾਂ ਨੇ ਸਫਾਈ ਦਿੱਤੀ ਡਿਲੀਟ ਕਰਕੇ। ਤੇ ਅਮਨ ਅਰੋੜਾ ਕਹਿੰਦੇ ਨੇ ਕਿ ਕਾਰਗੁਜ਼ਾਰੀ ਜਿਹੜੀ ਹੈ ਉਹਦੇ 'ਚ ਸ਼ਾਇਦ ਕੋਈ ਨਾਕਾਮੀ ਨਜ਼ਰ ਆਈ ਹੋਣੀ ਹਾਈ ਕਮਾਨ ਨੂੰ, ਇਸ ਕਰਕੇ ਉਹਦੇ ਉੱਤੇ ਅਸੀਂ ਕੰਮ ਕਰਾਂਗੇ। ਜੀ ਸੁਖਵਿੰਦਰ, ਅਸਲ ਗੱਲ ਇਹ ਹੈ, ਇਹਨੂੰ 2-3 ਪੱਖਾਂ ਤੋਂ ਨਵਾਂ ਜਿਹੜਾ ਮੰਤਰੀ ਮੰਡਲ ਹੈ ਉਹਨੂੰ ਵਿਚਾਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਹੈ ਕਿ ਸਾਡਾ ਜਿਹੜਾ ਮੀਡੀਆ ਹੈ ਨਾ, ਉਹਦੇ ਕੋਲ ਖਬਰਾਂ ਨਹੀਂ ਹੈ, ਉਹ ਖਬਰਾਂ ਬਣਾਉਣ ਲੱਗ ਗਿਆ। ਇੱਕ ਦਿਨ ਮੇਰੇ ਇੱਕ ਸਟੂਡੈਂਟ ਦਾ ਫੋਨ ਆਇਆ, ਕਹਿੰਦਾ ਸਰ ਫਰੰਟ ਪੇਜ ਤੇ ਉਹ ਇੱਕ ਜਿਹੜਾ ਹੈ ਐਡੀਟਰ ਸੀ ਕਿਸੇ ਸਿਟੀ ਐਡੀਸ਼ਨ ਦਾ, ਕਹਿੰਦਾ ਜੀ ਮੇਰੇ ਕੋਲ 2 ਕਾਲਮ ਪਏ ਨੇ, ਕੋਈ ਖਬਰ ਹੀ ਬਣਾ ਦਿਓ। ਮੈਂ ਕਿਹਾ ਕਮਾਲ ਆ ਕਾਕਾ, ਤੈਨੂੰ ਅਸੀਂ ਰਿਪੋਰਟਰ ਬਣਾ ਕੇ ਭੇਜਿਆ ਸੀ, ਤੂੰ ਨਿਊਜ਼ ਰਿਪੋਰਟਰ ਦੇ ਬਜਾਏ ਨਿਊਜ਼ ਮੇਕਰ ਬਣ ਗਿਆ। ਤੇ ਸਾਡਾ ਮੀਡੀਆ ਵੀ ਇਹੀ ਕੁਝ ਕਰਦਾ, ਕੋਈ ਸੋਰਸ ਨਹੀਂ ਹੁੰਦਾ, ਜਿਉਂ ਲੱਗਦੇ ਨੇ ਕਿਆ ਸਰਾਈਆਂ ਲਾਉਣ। ਉਹਨਾਂ ਤਾਂ ਮੰਤਰੀ ਮੰਡਲ ਦੇ ਪੋਰਟਫੋਲੀਓ ਵੀ ਵੰਡਤੇ ਕਿ ਅਮਨ ਅਰੋੜਾ ਨੂੰ ਮਿਲੇਗਾ ਜੀ ਵਿੱਤ ਮਹਿਕਮਾ, ਬਲਜਿੰਦਰ ਕੌਰ ਹੋਏਗੀ ਸਪੀਕਰ ਜਾਂ ਸਰਬਜੀਤ ਕੌਰ ਮਾਨੋ ਕੇ ਸਪੀਕਰ। ਕਿਸੇ ਦਾ ਕੋਈ ਸੋਰਸ ਨਹੀਂ ਸੀ, ਕੁਛ ਨਹੀਂ ਸੀ। ਉਹਦੇ ਨਾਲ ਥੋੜੀਆਂ ਭਾਵਨਾਵਾਂ ਜਿਹੜੀਆਂ ਨਾ ਅੰਦਰੋਂ ਅੰਦਰੀ, ਕਿਹੜਾ ਬੰਦਾ ਜਿਹੜਾ ਨਹੀਂ ਚਾਹੁੰਦਾ, ਜਿਹੜਾ ਸਿਆਸਤ 'ਚ ਹੈ, ਭਾਵੇਂ ਸਿਆਸਤ 'ਚ ਨਾ ਵੀ ਹੋਵੇ ਤਾਂ ਵੀ ਹਰ ਇੱਕ ਬੰਦਾ 2-3 ਗੱਲਾਂ ਚਾਹੁੰਦਾ ਹੁੰਦਾ। ਉਹ ਇੱਕ ਤਾਂ ਆਪਣਾ ਨਾਮ ਚਾਹੁੰਦਾ ਹੁੰਦਾ, ਇੱਕ ਸੱਤਾ ਚਾਹੁੰਦਾ ਹੁੰਦਾ। ਜਿਹੜਾ ਸੱਤਾ ਦੇ ਵਿੱਚ ਜਾਂ ਸੱਤਾ ਲਈ ਵਿਚਰਦਾ, ਉਹ ਤਾਂ ਆਪਣੇ ਆਪ ਨੂੰ ਇੰਨਾ ਵਿਸ਼ੇਸ਼ ਹੋ ਜਾਂਦੇ ਨੇ ਕਈ ਵਾਰੀ, ਉਹ ਤਾਂ ਫਿਰ ਸੁਪਨਿਆਂ 'ਚ ਜਿਉਣਾ ਸ਼ੁਰੂ ਕਰ ਦਿੰਦੇ ਨੇ। ਇਹ ਕੋਈ ਨਵੀਂ ਗੱਲ ਨਹੀਂ। ਮੈਂ ਬਹੁਤ ਵਾਰ ਅੱਜ ਤੋਂ ਮੈਂ ਦੇਖਿਆ 80 ਦੇ ਵਿੱਚ ਪਹਿਲੀ ਵਾਰ ਜਦੋਂ ਵੀਰ ਦਵਿੰਦਰ ਸਿੰਘ ਜਿੱਤਿਆ, ਉਹ ਪਹਿਲੀ ਵਾਰ ਉਹ ਵੀ ਮਿਨਿਸਟਰ ਬਣਨ ਨੂੰ ਫਿਰਦਾ ਸੀ। ਸਾਰੇ ਹੀ ਫਿਰਦੇ ਹੁੰਦੇ ਨੇ, ਇਹ 'ਚ ਕੋਈ ਐਡੀ ਗੱਲ ਨਹੀਂ ਹੈ। ਲੇਕਿਨ ਉਦੋਂ ਬਾਅਦ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਆਪਣੇ ਆਪ ਨੂੰ ਜ਼ਬਤ 'ਚ ਰੱਖਦੇ ਨੇ, ਉਹ ਰਿਐਕਸ਼ਨ ਨਹੀਂ ਦਿੰਦੇ। ਜਿਹੜੇ ਹੋਰ ਵੀ ਜ਼ਿਆਦਾ ਸਿਆਣੇ ਹੁੰਦੇ ਨੇ ਉਹ ਬਾਡੀ ਲੈਂਗੁਏਜ ਵੀ ਆਪਣੀ ਬਹੁਤ ਵਧੀਆ ਰੱਖਦੇ ਨੇ, ਤੇ ਉਹ ਉਹਨਾਂ ਦੇ ਸਰੀਰਕ ਹਾਵ ਭਾਵ ਤੋਂ ਵੀ ਤੁਸੀਂ ਜੱਜ ਨਹੀਂ ਕਰ ਸਕਦੇ। ਤੇ ਪਰ ਕਈ ਐਸੇ ਹੁੰਦੇ ਨੇ ਜਿਹੜੇ ਆਪਣੇ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਪਾ ਕੇ ਆਪਣਾ ਕਥਾਰਸਿਸ ਕਰ ਲੈਂਦੇ ਨੇ। ਤੇ ਬੀਬੀ ਬਲਜਿੰਦਰ ਕੌਰ ਨੇ ਵੀ ਐਵੇਂ ਕੀਤਾ, ਤੇ ਪਿੱਛੋਂ ਮੁੱਕਰਨਾ ਸੀ, ਮੁੱਕਰ ਗਈ, ਡਿਲੀਟ ਵੀ ਕਰਤਾ। ਤੇ ਬਹਾਨੇਬਾਜ਼ੀ ਮੈਂ ਤਾਂ ਪਾ ਦਿੰਦੀ ਹੁੰਦੀ ਹੈ, ਹਾਲਾਂਕਿ ਪਿਛਲੇ 1-1.5 ਮਹੀਨੇ ਤੋਂ ਕੁਛ ਨਹੀਂ ਪਾਇਆ, ਸਿਰਫ ਖਬਰਾਂ ਹੀ ਜਾਂ ਆਪਣੇ ਜਿਹੜਾ ਇਲੈਕਸ਼ਨ ਦੇ ਮਾਮਲੇ 'ਚ ਜੋ ਵੀ ਆਉਂਦਾ ਸੀ ਉਹ ਪਾਉਂਦੇ ਰਹੇ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਦੁੱਖ ਹੋਇਆ ਜਦੋਂ ਉਹਨਾਂ ਦਾ ਨਾਂ ਨਹੀਂ ਆਇਆ। ਨਾਂ ਤਾਂ ਅਮਨ ਅਰੋੜਾ ਦਾ ਵੀ ਨਹੀਂ ਆਇਆ। ਸਭ ਨੂੰ ਪਤਾ ਹੈ ਕਿ ਅਮਨ ਅਰੋੜਾ ਕਾਫੀ, ਜੇ ਆਪਾਂ ਲਿਸਟ ਦੇ ਵਿੱਚ ਦੇਖਦੇ ਸੀ, ਨੰਬਰ 2 ਤੇ ਰੱਖਿਆ ਜਾਂਦਾ ਸੀ ਮੀਡੀਆ ਵੱਲੋਂ, ਨਹੀਂ ਆਇਆ। ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਥੋੜਾ ਜਿਹਾ ਬਚਾਇਆ, ਉਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਦਿੱਤਾ। ਹੁਣ ਰਹੀ ਗੱਲ, ਤੁਸੀਂ ਛੇੜਿਆ ਸੁਖਵਿੰਦਰ ਇਹਨਾਂ ਦੋਨਾਂ ਬੰਦਿਆਂ ਤੋਂ। ਪਹਿਲਾਂ ਇੰਡੀਆ ਦੀ ਗੱਲ ਕਰ ਲਈਏ, ਬਲਜਿੰਦਰ ਕੌਰ ਜਾਂ ਸਰਬਜੀਤ ਕੌਰ ਮਾਨੇ ਕਿ ਜਾਂ 2 ਜਿਹੜੇ ਪੁਰਾਣੇ ਚਿਹਰੇ ਨੇ। ਹੁਣ ਸਿਰਫ ਜੇ ਆਪਾਂ ਦੇਖੀਏ 3 ਬੰਦੇ ਐਡਜਸਟ ਹੋਏ ਨੇ ਜਿਹੜੇ ਪੁਰਾਣਿਆਂ ਚੋਂ ਹੋਏ ਨੇ, ਤੇ ਇੱਕ ਤਾਂ ਹਰਪਾਲ ਸਿੰਘ ਚੀਮਾ, ਤੇ ਦੂਜਾ ਸਮਝੋ ਮੀਤ ਹੇਅਰ, ਤੀਜਾ ਕੁਲਤਾਰ ਸੰਧਵਾ ਸਪੀਕਰ ਬਣਿਆ। ਤੋ ਇਹਦਾ ਮਤਲਬ ਕਿ ਬਹੁਤ ਪਏ ਨੇ, ਹਲੇ 7 ਸੀਟਾਂ ਵੀ ਪਈਆਂ ਨੇ, ਬਹੁਤ ਕੁਝ ਦੇਖਣਾ। ਔਰ 7 ਸੀਟਾਂ ਜਿਹੜੀਆਂ ਹਲੇ ਹੋਰ 7 ਮੰਤਰੀ ਬਣਾਉਣੇ ਨੇ, ਉਹਨਾਂ 'ਚ ਕਿਹਨੇ ਆਉਣਾ। ਔਰ ਦੂਜੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਜਿੰਨਾ ਮਰਜ਼ੀ ਕਹਿ ਦਈਏ ਆਪਾਂ ਕਿ ਇਹ ਭਗਵੰਤ ਸਿੰਘ ਮਾਨ ਦੀ ਕੈਬਨਿਟ ਹੈ, ਬਿਲਕੁਲ ਰਸਮੀ ਤੌਰ ਤੇ ਕਹਾਂਗੇ ਇਹ ਮਾਨ ਕੈਬਨਿਟ ਹੈ, ਮਾਨ ਸਰਕਾਰ ਹੈ,
ਪਰ ਮਾਨ ਸਰਕਾਰ ਦੇ ਉੱਪਰ ਵੀ ਇੱਕ ਹਾਈ ਕਮਾਂਡ ਹੈ। ਚਲੋ ਇਹ ਗੱਲ ਹੋ ਸਕਦੀ ਹੈ ਕਿ ਮਾਨ ਸਾਹਿਬ ਨੂੰ ਪੁੱਛ ਲਿਆ ਗਿਆ ਹੋਵੇ, ਹਾਲਾਂਕਿ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਕੈਬਨਿਟ ਬਣਾਈ ਹੈ ਇਹਦਾ ਮਾਨ ਸਾਹਿਬ ਨੂੰ ਕਾਫੀ ਫਾਇਦਾ ਹੋਣਾ ਹੈ, ਕਿਉਂਕਿ ਬਹੁਤ ਸਾਰੇ ਫਸਟ ਟਾਈਮਰ ਨੇ ਔਰ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਕਿਆਸ ਰਾਈਆਂ ਇੱਕ ਪਾਸੇ ਰੱਖਤੀਆਂ ਅਰਵਿੰਦ ਕੇਜਰੀਵਾਲ ਨੇ। ਔਰ ਫਿਰ ਕੀ ਉਹਨਾਂ ਨੇ ਕ੍ਰਾਈਟੇਰੀਆ ਬਣਾਇਆ, ਇਹ ਵੀ ਆਪਣੇ ਆਪ ਦੇ ਵਿੱਚ ਕਮਾਲ ਹੈ। ਜੇ ਤੁਸੀਂ ਕਹੋ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਕ੍ਰਾਈਟੇਰੀਆ ਬਣਾ ਲਿਆ ਕਿ ਜਿਹਦੇ ਚ ਤੁਸੀਂ ਸਭ ਤੋਂ ਜ਼ਿਆਦਾ ਜਿਹੜੇ ਵੱਡੇ ਬੰਦਿਆਂ ਨੂੰ ਹਰਾਉਣ ਵਾਲੇ, ਥੰਮਾਂ ਨੂੰ ਗਰਾਉਣ ਵਾਲੇ ਕੋਈ ਨਹੀਂ ਆਇਆ। ਥੰਮਾਂ ਨੂੰ ਗਰਾਉਣ ਵਾਲਾ ਤੁਹਾਡੇ ਸਾਹਮਣੇ ਹੈ, ਨਾ ਅਜੀਤਪਾਲ ਕੋਹਲੀ ਆਇਆ, ਨਾ ਕੋਈ ਲਾਭ ਸਿੰਘ ਆਇਆ ਉੱਗੋ ਕੇ, ਐਸਾ ਕੁਛ ਨਹੀਂ। ਤੇ ਨਾ ਹੀ ਫਿਰ ਤੁਹਾਨੂੰ ਜ਼ਿਆਦਾ, ਜੇ ਤੁਸੀਂ ਕਹੋ ਜੀ ਸਭ ਤੋਂ ਜ਼ਿਆਦਾ ਮਾਰਜਨ ਵਾਲਾ ਓਮਨ ਅਰੋੜਾ ਸੀ, ਕੋਈ ਐਸਾ ਨਹੀਂ ਕ੍ਰਾਈਟੇਰੀਆ, ਨਾ ਕੋਈ ਉਹਨਾਂ ਨੂੰ ਰੱਖਣ ਦੀ ਲੋੜ ਸੀ। ਉਹਨਾਂ ਨੇ ਕੀ ਦੇਖਿਆ, ਮੇਰੇ ਹਿਸਾਬ ਨਾਲ ਵਫਾਦਾਰੀ ਅਰਵਿੰਦ ਕੇਜਰੀਵਾਲ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਔਰ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਬੰਦਾ ਥੋੜੇ ਜਿਹੀ ਫੰਗ ਖਿਲਾਰਦਾ ਉਹਦੇ ਫੰਗ ਕੱਟਣੇ ਉਹਨੂੰ ਚੰਗੇ ਇਸ ਕਰਕੇ ਲੱਗਦੇ ਨੇ ਕਿ ਕਦੇ ਕੋਈ ਮੌਕਾ ਇਹੋ ਜਿਹਾ ਨਾ ਆਵੇ ਕਿ ਉਸ ਨੂੰ ਸੁਖਪਾਲ ਸਿੰਘ ਖਹਿਰਾ ਵਾਂਗੂ ਕੱਢਣਾ ਪਵੇ। ਤੋ ਜਿਹੜਾ ਵੀ ਉਹਨੂੰ ਲੱਗਿਆ ਉਹਨੂੰ ਹਾਲ ਦੀ ਘੜੀ ਸਨੱਪ ਕਰਨ ਚ ਹੀ ਫਾਇਦਾ ਜਿਹੜਾ ਹੈ ਉਹਨੂੰ ਨਜ਼ਰ ਆਇਆ। ਔਰ ਦੂਜੀ ਗੱਲ ਇਹਦਾ ਮਾਨ ਸਾਹਿਬ ਨੂੰ ਕਿਉਂ ਫਾਇਦਾ ਹੋਇਆ, ਸਾਰੇ ਫਸਟ ਟਾਈਮਰ ਨੇ ਔਰ ਫਸਟ ਟਾਈਮਰ ਚ ਬੰਦੇ ਚੰਗੇ ਲਏ ਨੇ, ਜਿਹੜੀ ਗੱਲ ਦੇਖਣ ਵਾਲੀ ਹੈ। ਹੁਣ ਫਾਰ ਐਗਜ਼ਾਮਪਲ ਮੀਤ ਹੇਅਰ ਹੈ, ਮੀਤ ਹੇਅਰ ਜਿਹੜਾ ਬਰਨਾਲੇ ਦਾ ਗੁਰਮੀਤ ਸਿੰਘ ਮੀਤ ਹੇਅਰ ਹੈ, ਇਹ UPSC ਦੀ ਤਿਆਰੀ ਕਰਦਾ ਅੰਨਾ ਹਜ਼ਾਰੇ ਅੰਦੋਲਨ ਨਾਲ ਇਹਦਾ ਮਤਲਬ ਮੁੱਢ ਤੋਂ ਲੱਗਿਆ। ਜਦੋਂ ਅੰਨਾ ਹਜ਼ਾਰ ਹਾਲੇ ਪਾਰਟੀ ਬਣੀ ਨਹੀਂ ਸੀ ਉਦੋਂ ਦਾ ਅਰਵਿੰਦ ਕੇਜਰੀਵਾਲ ਦੇ ਨਾਲ ਹੈ। ਔਰ ਕਈ ਲੱਗੇ ਸੀ, ਇਕੱਲੇ ਹੀ ਨਹੀਂ, ਜਿਹੜੇ ਸਿਵਲ ਸਰਵਿਸ ਦੀ ਤਿਆਰੀ ਕਰਨ ਗਏ ਸੀ ਉਹ ਕਈ ਸੀ। ਉਹਨਾਂ ਚੋਂ ਪਿਛਲੀ ਵਾਰ ਆਪਾਂ ਦੁਰਗੇਸ਼ ਪਾਠਕ ਵੀ ਤਾਂ ਉਵੇਂ ਆਇਆ ਸੀ। ਸੋ ਇਸ ਤਰੀਕੇ ਨਾਲ ਉਹਨੂੰ ਜੱਜ ਕੀਤਾ। ਪਿਛਲੀ ਵਾਰ ਯੂਥ ਨੂੰ ਅਗਵਾਈ ਦਿੱਤੀ, ਦੂਜੀ ਵਾਰ ਜਿੱਤਿਆ ਔਰ ਉਹ ਉਹਨਾਂ ਨੂੰ ਪਸੰਦ ਆ ਗਿਆ। ਫਿਰ ਅਗਲੀ ਦੇਖੋ ਤੁਸੀਂ ਕਿ 4 ਲੋਕ ਸਭਾ ਦੇ MP ਜਿੱਤੇ ਸੀ, 4 ਦੇ ਵਿੱਚੋਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਤਾਂ ਪਹਿਲੇ ਹੀ ਛੱਡ ਗਏ, 2 ਹੀ ਨਾਲ ਨਿਭੇ। ਉਹਨਾਂ 'ਚ ਇੱਕ ਪ੍ਰੋਫੈਸਰ ਸਾਧੂ ਸਿੰਘ ਸੀ, ਭਲਾ ਬੰਦਾ ਮੈਂ ਜਾਣਦਾ, ਔਰ ਪ੍ਰੋਫੈਸਰ ਉਹਦੀ ਬੇਟੀ ਉਹ ਵੀ ਠੀਕ ਹੈ ਔਰ ਉਹਨੇ ਚੰਗੇ ਕੰਮ ਕੀਤੇ ਆਪਣੇ ਪਿਤਾ ਦੇ ਨਾਲ। ਜਦੋਂ ਆਮ ਆਦਮੀ ਪਾਰਟੀ ਚ ਉਹ ਕੰਮ ਕਰਦੇ ਸੀ ਵੀ ਨਾਲ ਲੱਗ ਗਈ, ਆਮ ਤੌਰ ਤੇ ਲੱਗ ਜਾਂਦੇ ਨੇ ਬੱਚੇ ਆਪਣੇ ਪਿਤਾ ਨਾਲ। ਔਰ ਫਿਰ ਆਈ ਸਰਜਨ ਹੈ, ਅੱਖਾਂ ਤੇ ਕੈਂਪ ਲਾਏ, ਲੋਕਾਂ ਦੀ ਸੇਵਾ ਕੀਤੀ, ਚੈਰੀਟੇਬਲ ਹਸਪੀਟਲ ਚਲਾਇਆ, ਸਿਵਲ ਹਸਪਤਾਲ ਚ ਮੁਕਤਸਰ ਸੀ ਤੇ ਉਹ ਬਲਜੀਤ ਕੌਰ ਪਸੰਦ ਆਉਣੀ ਸੀ। ਉਹਦੇ ਕਾਰਨ ਦੂਜਾ ਵੀ ਸੀ ਕਿ ਇੱਕ SC ਐਡਜਸਟ ਹੋਣਾ ਸੀ, ਉਹ ਵੀ ਐਡਜਸਟ ਹੋ ਗਿਆ। ਹਰਪਾਲ ਚੀਮਾ ਤਾਂ ਉਹਨਾਂ ਨੇ ਦੇਖਿਆ ਹੀ ਹੋਇਆ, ਔਰ ਹਰਪਾਲ ਚੀਮਾ ਨੂੰ ਜਿਸ ਤਰੀਕੇ ਨਾਲ ਸੁਖਪਾਲ ਖਹਿਰੇ ਨੂੰ ਲਾ ਕੇ ਲਾਇਆ ਗਿਆ ਸੀ, ਚੀਮਾ ਨੇ ਆਪਣੀ ਵਿੱਤ ਅਨੁਸਾਰ ਕਾਫੀ ਮਿਹਨਤ ਕੀਤੀ। ਮੈਂ ਜਾਣਦਾ ਉਹਨੂੰ, ਕਾਫੀ ਪੁਰਾਣਾ ਜਾਣਦਾ, ਪੰਜਾਬੀ ਯੂਨੀਵਰਸਿਟੀ ਤੋਂ ਲਾਅ ਕੀਤੀ ਹੋਈ ਹੈ ਔਰ ਹਰ ਜਿਹੜਾ ਹੈ ਮੌਕੇ ਤੇ ਉਹਨਾਂ ਨੇ ਆਪਣੀ ਕੈਪੈਸਿਟੀ ਅਨੁਸਾਰ ਜਿਹੜਾ ਹੈ ਹਰਪਾਲ ਚੀਮਾ ਨੇ ਵੀ ਕੰਮ ਕੀਤਾ। ਤੇ ਫਿਰ ਉਹੀ ਗੱਲ ਭਾਈਚਾਰਾ, ਲੋਕ ਤਾਂ ਇਹ ਕਹਿੰਦੇ ਸੀ ਜੀ ਅਸੀਂ ਆਹ ਕਰਾਂਗੇ, ਇਹਨਾਂ ਨੇ ਕਰਕੇ ਵੀ ਦਿਖਾਤਾ। ਹੁਣ ਵੀ ਤਾਂ ਰਿਪਰੈਜ਼ੈਂਟੇਸ਼ਨ ਚਾਹੀਦੀ ਸੀ। ਨੰਬਰ 2 ਦਾ ਜੇ ਕੋਈ ਹੈ ਹੁਣ ਭਗਵੰਤ ਮਾਨ ਤੋਂ ਬਾਅਦ ਉਹ ਹਰਪਾਲ ਚੀਮਾ, ਪਹਿਲਾਂ ਵਿਰੋਧੀ ਧਿਰ ਦਾ ਨੇਤਾ ਸੀ ਭਗਵੰਤ, ਪਹਿਲਾ ਨੰਬਰ 1 ਦਾ ਸੀ, ਹੁਣ ਨੰਬਰ 2 ਦਾ। ਇਹ ਪਤਾ ਉੱਥੋਂ ਵੀ ਲੱਗਦਾ ਵੀ ਪਹਿਲਾ ਸੌਂ ਕਿਹਨੇ ਚੁੱਕੀ, ਹਰਪਾਲ ਚੀਮਾ ਨੇ ਚੁੱਕੀ। ਨੰਬਰ 2 ਤੇ ਕਿਹਨੇ ਚੁੱਕੀ, ਬਲਜੀਤ ਕੌਰ ਨੇ ਚੁੱਕੀ। ਇਹਦਾ ਮਤਲਬ ਉਸੇ ਸੀਕੁਐਂਸ ਦੇ ਵਿੱਚ ਜਿਵੇਂ ਮੰਤਰੀ ਮੰਡਲ ਚ ਹੋਣਾ ਹੈ, ਜਿਵੇਂ ਪਿਛਲੀ ਵਾਰ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਤੋਂ ਬਾਅਦ ਸਹੁੰ ਚੁੱਕੀ ਸੀ ਬ੍ਰਹਮ ਮਹਿੰਦਰਾ ਨੇ, ਇਹਦਾ ਮਤਲਬ ਨੰਬਰ 2 ਦੇ ਸੀ। ਫਿਰ ਨਵਜੋਤ ਸਿੰਘ ਸਿੱਧੂ ਸੀ। ਤੋਂ ਇਸ ਤਰ੍ਹਾਂ ਹੀ ਸੀਕੁਐਂਸ ਬਣਦੀ ਹੈ। ਤੇ ਫਿਰ ਇਸ ਤਰ੍ਹਾਂ ਕੱਲੇ ਬਾਰੇ ਆਪਾਂ ਜਿਹੜਾ ਐਨਾਲਿਸਿਸ ਕਰ ਸਕਦੇ ਹਾਂ। ਹਰਜੋਤ ਬੈਂਸ ਹੈ ਫਾਰ ਐਗਜ਼ਾਮਪਲ, ਜਿਵੇਂ ਮੀਤ ਹੇਅਰ ਹੈ, ਹਰਜੋਤ ਬੈਂਸ ਵੀ ਲਾਅ ਗ੍ਰੈਜੂਏਟ ਹੈ, ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਲਾਅ, ਹਾਈ ਕੋਰਟ 'ਚ ਪ੍ਰੈਕਟਿਸ ਕਰਦਾ ਹੈ, 1990 ਦਾ ਜੰਮਿਆ ਹੋਇਆ। ਤੇ ਇਹਦਾ ਮਤਲਬ ਇਹ ਨੌਜਵਾਨ ਪਹਿਲਾ ਪ੍ਰਧਾਨ ਆਮ ਆਦਮੀ ਦਾ ਮੰਨ ਸਕਦੇ ਇਹਨੂੰ, ਪਾਰਟੀ ਜਦੋਂ ਬਣਾਈ ਹੈ ਉਦੋਂ ਦਾ ਲੱਗਿਆ ਹੋਇਆ, ਉਦੋਂ ਦਾ ਨਵਾਂ ਪੰਜਾਬ ਦਾ ਇਹਨੇ ਪ੍ਰੋਸੈਸ਼ਨ ਕੱਢਿਆ ਤੇ ਮਿਹਨਤ ਕੀਤੀ ਹੋਈ ਹੈ।
ਭਾਵੇਂ ਪਿਛਲੀ ਵਾਰ ਸਾਹਨੇਵਾਲ ਤੋਂ ਹਾਰ ਗਿਆ, ਐਤਕੀ ਜਿੱਤ ਗਿਆ। ਤੇ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਦੀ ਟੀਮ ਜਿਹੜੀ ਹੈ ਉਹ ਇਹ ਕਹਿ ਦੇਣਾ ਵੀ ਸਰਬਜੀਤ ਕੌਰ ਜਾਓ, ਜਿਹੜੇ ਬੰਦੇ ਹਰ ਇੱਕ ਬੰਦਾ ਆਪਣੇ ਆਪ ਨੂੰ, ਮੈਂ ਤੁਹਾਨੂੰ ਸ਼ੁਰੂ ਚ ਦੱਸਿਆ, ਅਗਲਾ ਕਹਿੰਦਾ ਕਿ ਜਿਹੜੇ ਬੰਦੇ ਰਹਿ ਗਏ ਹਾਲੇ, ਕੁਲਵੰਤ ਸਿੰਘ ਜਿਹੜਾ, ਜਾਂ ਅਜੀਤਪਾਲ ਕੋਹਲੀ, ਬਹੁਤ ਸਾਰੇ ਬੰਦੇ ਨੇ ਜਿਹੜੇ ਚਾਹੁੰਦੇ ਸੀ, ਜਿਹੜੇ ਬਾਹਰੋਂ ਆਏ ਹੋਏ ਨੇ ਬਹੁਤ, ਉਹਨਾਂ ਨੇ ਆਪਦਾ ਕ੍ਰਾਈਟੇਰੀਆ ਠੀਕ ਬਣਾਇਆ। ਹਾਲ ਦੀ ਘੜੀ ਹੈ ਵੀ ਜਿਹੜੇ ਪੁਰਾਣੇ ਬੰਦੇ ਨੇ, ਸ਼ੁਰੂ ਚ ਜਿਹਨਾਂ ਨੇ ਪਾਰਟੀ ਬਣਾਈ ਉਹਨਾਂ ਨੂੰ ਲੈ, ਤੁਸੀਂ ਜਿਹੜੇ ਮਰਜ਼ੀ ਬੰਦੇ ਦੀ ਗੱਲ ਕਰ ਲਓ, ਤੇ ਮੈਂ ਦੇਖ ਸਕਦਾ ਕਿ 10 ਦੇ ਵਿੱਚੋਂ ਉਹਨਾਂ ਦੀ ਕੋਈ ਨਾ ਕੋਈ ਪਲੱਸ ਪੁਆਇੰਟ ਦੇਖ ਲਿਆ। ਹੁਣ ਜਿਵੇਂ ਆ ਵਿਜੇ ਸਿੰਘ ਹੈ, 1,03,000 ਵੋਟਾਂ ਲਈਆਂ ਨੇ, ਉਹ ਵੀ ਸਿੱਧੂ ਮੂਸੇਵਾਲੇ ਦੇ ਮਾਨਸਾ ਦੇ ਵਿੱਚ ਲਈਆਂ। ਔਰ ਇੱਕ ਕਰਿਆਨੇ ਦੀ ਹੱਟੀ ਜਿਹਦੇ ਬਾਪ ਦੀ ਹੋਵੇ, ਉਸ ਬਾਪ ਨੇ ਇੰਨੀ ਮਿਹਨਤ ਨਾਲ ਪੜ੍ਹਾਇਆ ਹੋਵੇ ਮੁੰਡੇ ਨੂੰ, BDS ਕਰਾਈ ਹੋਵੇ, ਤੇ ਉਹ ਡਾਕਟਰ ਲੈ ਲਿਆ ਉਹਨੂੰ। ਔਰ ਤੁਸੀਂ ਕਿਵੇਂ ਨਹੀਂ ਕਹੋਗੇ ਡਿਜ਼ਰਵ ਕਰਦਾ? ਕਿਹਦੇ ਨਾਲੋਂ ਘੱਟ ਹੈ ਇਹ ਵੀ ਦੱਸ ਦਿਓ ਫਿਰ, ਜਾਂ ਕਿਸ ਬਣਾ ਤੇ ਕਹੋਗੇ ਘੱਟ ਹੈ? ਇਸ ਤਰ੍ਹਾਂ ਹਰਭਜਨ ਸਿੰਘ ਈਟੀਓ PCS ਕਰਕੇ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਲੱਗਿਆ, ਛੱਡ ਕੇ ਪਾਰਟੀ ਚ ਆਇਆ ਤੇ ਜੁਰੈਲ ਜਿੱਤੇ, ਇਸ ਕਰਕੇ ਉਹਦਾ ਵੀ ਠੀਕ ਹੈ। ਮੈਂ ਬੰਦੇ ਤੋਂ ਕਈਆਂ ਨੂੰ ਤਾਂ ਮੈਂ ਨਿੱਜੀ ਤੌਰ ਤੇ ਜਾਣਦਾ, ਬਹੁਤ ਵਧੀਆ ਬੁਲਾਰੇ ਦੇ ਤੌਰ ਤੇ ਆਉਂਦੇ ਰਹੇ। ਇਹ ਕਟਾਰੂ ਚੱਕ ਹੈ ਫॉर ਐਗਜ਼ਾਮਪਲ ਲਾਲ ਚੰਦ, ਉਹ ਤਾਂ ਖੱਬੇ ਪੱਕੀ ਵਿਚਾਰਧਾਰਾ ਦਾ ਬੰਦਾ, ਸੀਨੀਅਰ ਬੰਦਾ, ਉਹ ਇੱਧਰ ਆਇਆ, ਉਹਨੂੰ ਲੈ ਲਿਆ। ਸੋ ਮੇਰਾ ਮਤਲਬ ਇਹ ਹੈ ਕਿ ਕੱਲੇ ਬਾਰੇ ਗੱਲ ਹੋ ਸਕਦੀ ਹੈ ਔਰ ਸਭ ਦੀ ਜਸਟੀਫਿਕੇਸ਼ਨ ਬਣਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਪਹਿਲਾ ਜਿਹੜਾ ਸਟੈਪ ਹੈ 10 ਮੰਤਰੀਆਂ ਦਾ, ਇਹਦੇ ਚ ਜੇ ਕੋਈ ਨਾਰਾਜ਼ ਹੁੰਦਾ ਤਾਂ ਗਲਤ ਹੁੰਦਾ। ਤੇ ਕੇਜਰੀਵਾਲ ਸਾਹਿਬ ਨੇ ਬਹੁਤ ਵਧੀਆ ਆਪਦਾ ਇੱਕ ਸਟੈਪ ਚੱਲ ਕੇ, ਜਾਂ ਮਾਨ ਸਾਹਿਬ ਦੀ ਸਲਾਹ ਲੈ ਲਓ ਆਪਾਂ, ਚਲੋ ਇਹ ਵੀ ਮੰਨ ਲੈਂਦੇ ਹਾਂ ਵੀ ਇਹ ਨਾ ਹੋਵੇ ਵੀ ਲੋਕਾਂ 'ਚ ਇਹ ਜਾਵੇ ਕਿ ਇਹ ਕਿ ਸਰਕਾਰ ਦਿੱਲੀ ਤੋਂ ਚੱਲਦੀ ਹੈ, ਆਪਾਂ ਕਹਿੰਦੇ ਮਾਨ ਦੀ ਟੀਮ ਹੈ। ਅਮਲੀ ਤੌਰ ਤੇ ਤਾਂ ਆਪਾਂ ਇਹੀ ਕਹਾਂਗੇ, ਰਸਮੀ ਤੌਰ ਤੇ ਭਾਵੇਂ ਦਿੱਲੀ ਦੀ ਸਲਾਹ, ਇਹ ਜਦੋਂ ਆਪਾਂ ਇਹ ਕਹਿੰਦੇ ਆ ਕਿਹੜੀ ਪਾਰਟੀ ਦੀ ਕਰਦੀ, ਉੱਥੇ ਸੋਨੀਆ ਗਾਂਧੀ ਤਾਂ ਚਲੋ ਕਰੇ, ਉੱਥੇ ਤਾਂ ਪ੍ਰਿਯੰਕਾ ਤੇ ਰਾਹੁਲ ਗਾਂਧੀ ਕਰੀ ਜਾਂਦੇ ਨੇ ਕਾਂਗਰਸ ਦਾ, ਕਿਹਨੂੰ ਹਟਾਉਣਾ ਕਿਹਨੂੰ ਲਾਉਣਾ, ਉੱਥੇ ਤਾਂ ਪੁੱਛਿਆ ਵੀ ਨਹੀਂ ਜਾਂਦਾ। ਤਾਂ ਇਹ ਸਾਰੀਆਂ ਪਾਰਟੀ 'ਚ ਹੈ, ਇਹੀ ਭਾਰਤੀ ਜਨਤਾ ਪਾਰਟੀ 'ਚ ਹੈ, ਇਹ ਵੀ ਆਪਣੇ ਆਪ ਨੂੰ ਕੌਮੀ ਪਾਰਟੀ ਕਹਾਉਂਦੀ ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹਾਲ ਦੀ ਘੜੀ ਤਾਂ ਇਹ ਠੀਕ ਹੈ। 3 ਦਿਨ ਆਪਾਂ ਮੰਨ ਲੈਂਦੇ ਹਾਂ ਕਿ ਸਰਕਾਰ ਦੇ ਵਰਕਿੰਗ ਡੇ ਨੇ, 3 ਦਿਨਾਂ 'ਚ ਕੁਛ ਨਾ ਕੁਛ ਤਾਂ ਆਇਆ ਨਵਾਂ। ਦੇਖੋ ਚਾਹੇ ਆਪਾਂ, ਹਾਲਾਂਕਿ ਮੈਂ ਤਾਂ ਇਸ ਦੇ ਨਾਲ ਸਹਿਮਤ ਜ਼ਿਆਦਾ ਨਹੀਂ ਕਿ ਜਿਹੜਾ WhatsApp ਨਾਲ ਕਰਪਸ਼ਨ ਖਤਮ ਹੋਊ, ਪਰ WhatsApp ਦੇ ਨੰਬਰ ਦੇਣ ਨਾਲ ਇੱਕ ਡਰ, ਇੱਕ ਸਹਿਮ ਪੈਦਾ ਹੋਊ। ਤੇ ਹੁਣ ਤੁਸੀਂ ਹਾਲੇ ਤਾਂ 23 ਮਾਰਚ ਨੂੰ ਨੰਬਰ ਜਾਣਾ ਹੈ, ਅੱਜ ਵੀ ਕਿਸੇ ਆਫਿਸ 'ਚ ਜਾ ਕੇ ਕਿਸੇ ਅਫਸਰ ਦੇ ਸਾਹਮਣੇ ਤੁਸੀਂ ਜੇ ਖੜ ਲੋਗੇ ਨਾ ਮੋਬਾਈਲ, ਉਹਦੇ ਅੰਦਰ ਇੱਕ ਡਰ ਹੈ। ਸੋ ਉਹ ਛੋਟੇ ਲੈਵਲ ਦੀ ਕਰਪਸ਼ਨ ਤੇ ਵੀ ਚੈੱਕ ਪਊ, ਇੱਕ ਮਾਹੌਲ ਬਣੂ। ਪਰ ਮੈਂ ਤਾਂ ਬਹੁਤ ਵਾਰ ਕਿਹਾ ਕਿ ਕਰਪਸ਼ਨ ਹਟਾਉਣ ਦੇ ਹੋਰ ਤਰੀਕੇ ਨੇ, ਵੱਡੇ ਪੱਧਰ ਦੀ ਉੱਪਰੋਂ ਹਟਾਓ। ਕੱਲ ਜਦੋਂ ਸੰਗਰੂਰ ਮਿਲੇ ਮਾਨ ਸਾਹਿਬ, ਉਦੋਂ ਮੈਂ ਇੱਕ ਗੱਲ ਕਹੀ ਤਾਂ ਹੁਣ ਦੁਬਾਰਾ ਕਹਿ ਦਿੰਦਾ ਕਿ ਮਾਨ ਸਾਹਿਬ, ਤੁਸੀਂ ਜਿਹੜੀ ਇਹ ਕਰਪਸ਼ਨ ਹਟਾਉਣੀ ਹੈ ਨਾ ਜੇ, ਤਾਂ ਬਿਲਕੁਲ 2 ਕੰਮ ਕਰ ਦਿਓ, SSP ਤੇ DC ਇਮਾਨਦਾਰ ਲਾ ਦਿਓ, ਤੇ ਉਹ ਇਮਾਨਦਾਰ ਬਣ ਜਾਣਗੇ ਜੇ ਤੁਹਾਡੇ MLA ਤੇ ਮੰਤਰੀ ਉਹਨਾਂ ਨੂੰ ਨਜਾਇਜ਼ ਕੰਮ ਕਹਿਣੋਂ ਹਟ ਜਾਣ। ਜੇ ਕਿਤੇ ਹਲਕਾ ਇੰਚਾਰਜ ਵਾਲਾ ਕੰਮ ਸ਼ੁਰੂ ਹੋ ਗਿਆ, ਜੀ ਇਹਨਾਂ ਨੇ ਤਾਂ ਸਾਨੂੰ ਵੋਟ ਨਹੀਂ ਪਾਈ, ਇਹ ਤਾਂ ਜੀ ਦੂਜੇ ਧੜੇ ਦਾ, ਤੇ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਾਓਗੇ, ਜਾਂ ਫਿਰ ਜਿਹੜੇ SSP SHO ਤੋਂ ਗਰੋਸਰੀ ਤੱਕ ਲੈਣਗੇ, ਜਾਂ DC ਦਾ ਕੰਮ ਜਿਹੜੇ ਤਹਿਸੀਲਦਾਰ ਕਰਨਗੇ, ਫਿਰ ਤਹਿਸੀਲਦਾਰ ਵੀ ਪੈਸੇ ਇਕੱਠੇ ਕਰੂ। ਜੇ ਕੋਈ ਮੰਤਰੀ ਆਉਂਦਾ ਹੈ, ਚਾਹ ਪਾਣੀ ਦਾ ਖਰਚਾ ਤਹਿਸੀਲਦਾਰ ਤੋਂ ਕਰਾਉਣਾ ਹੈ, ਜਿਵੇਂ ਪਹਿਲਾਂ ਕਰਦਾ ਹੈ, ਕਿ ਉਹ ਤਹਿਸੀਲਦਾਰ ਆਪਦੀ ਜੇਬ ਚੋਂ ਥੋੜੀ ਦੇਊ, ਉਹ ਥੋੜੇ ਇਕੱਠੇ ਕਰੂਗਾ, ਆਪ ਜੇਬ ਪਾਉ ਖਰਚ ਕਰੂਗਾ। ਤਾਂ ਇਹ ਤਾਂ ਕਰਪਸ਼ਨ ਦਾ ਮਸਲਾ। ਅੱਜ ਆਪਾਂ ਇਹ ਨਹੀਂ ਜ਼ਿਆਦਾ ਕਰਨੀ ਗੱਲ, ਤਾਂ ਆਪਾਂ ਕਰ ਰਹੇ ਸੀ ਮੰਤਰੀ ਮੰਡਲ ਦੀ। ਸੋ ਮੰਤਰੀ ਮੰਡਲ ਬਣ ਗਿਆ ਔਰ ਹਰ ਰੋਜ਼ ਕੋਈ ਕੰਮ। ਕੱਲ ਦੇਖੋ, ਭਾਵੇਂ ਕਿ ਚੰਨੀ ਸਰਕਾਰ ਨੇ ਕਹਿਤਾ ਸੀ ਮੁਆਵਜ਼ਾ ਦੇਵਾਂਗੇ, ਲੇਕਿਨ ਰਾਸ਼ੀ 1 ਅਰਬ ਤੋਂ ਵੱਧ ਰਿਲੀਜ਼ ਕਰਤੀ। ਔਰ ਦੂਜੀ ਗੱਲ, ਅੱਜ ਜਦੋਂ ਕੈਬਨਿਟ ਦੀ ਮੀਟਿੰਗ, ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤਿਆਰੀ ਹੋ ਰਹੀ ਹੈ, ਤੇ ਕੈਬਨਿਟ ਦੀ ਮੀਟਿੰਗ 'ਚ ਕੋਈ ਵੱਡਾ ਫੈਸਲਾ 1 ਜਾਂ 2 ਹੋ ਗਏ ਤਾਂ ਅੱਜ ਦਾ ਦਿਨ ਵੀ ਸਾਰਥਕ ਹੋ ਜਾਊਗਾ। ਸੋ ਹਰ ਰੋਜ਼ ਕੁਝ ਕੰਮ ਕਰਨ ਦੀ ਲੋੜ ਹੈ। ਸਹੀ ਗੱਲ ਹੈ ਭਗਵੰਤ ਸਿੰਘ ਮਾਨ ਦੀ ਕਿ ਅਸੀਂ ਬਹੁਤ ਲੇਟ ਚੱਲ ਰਹੇ ਹਾਂ, ਕਰੋ। ਲੇਕਿਨ ਮੈਂ ਇਹ ਸਮਝਦਾ ਕਿ ਹਾਲ ਦੀ ਘੜੀ ਚੁਆਇਸ ਤੇ ਕੋਈ ਉਂਗਲ ਨਹੀਂ ਉੱਠ ਸਕਦੀ।
ਕਿਸੇ ਤੇ ਕਰਪਸ਼ਨ ਦਾ ਚਾਰਜ ਨਹੀਂ, ਕਿਸੇ ਤੇ ਕੋਈ ਇਸ ਤਰ੍ਹਾਂ ਦਾ ਚਾਰਜ ਨਹੀਂ ਕਿ 10 ਮੰਤਰੀਆਂ ਚੋਂ ਅਸੀਂ ਕਹੀਏ, ਨਾ ਹੀ ਜਿਹੜਾ ਸਪੀਕਰ ਚੁਣਿਆ ਉਹ ਤੇ ਕੋਈ ਚਾਰਜ ਹੈ। ਕਰਤਾਰ ਸਿੰਘ ਸੰਧਵਾ ਔਰ ਜਿਨ੍ਹਾਂ ਦੇ ਬਜ਼ੁਰਗ ਗਿਆਨੀ ਜੈਲ ਸਿੰਘ ਸੀ, ਗਿਆਨੀ ਜੈਲ ਸਿੰਘ ਦੇ ਭਰਾ ਦਾ ਪੋਤਾ ਹੈ ਕਰਤਾਰ ਸਿੰਘ ਸੰਧਵਾ, ਔਰ ਬੜਾ ਮਿਹਨਤੀ ਹੈ, ਮੈਂ ਤਾਂ ਕਾਫੀ ਲੰਬੇ ਸਮੇਂ ਤੋਂ ਜਾਣਦਾ। ਔਰ ਇਹ ਤਾਂ ਸਿਆਸਤ ਤਾਂ ਹੋਣਾ ਹੈ, ਉਹ ਤਾਂ ਲੋਕਲ, ਉਹ ਤਾਂ ਇਸ ਤਰ੍ਹਾਂ ਆਪਣੇ ਦੋਸਤਾਂ ਨਾਲ ਰਲ ਕੇ ਜਿਹੜੇ ਕੈਂਸਰ ਰੋਕਣ ਲਈ, ਪੰਜਾਬ ਨੂੰ ਬਚਾਉਣ ਲਈ ਬਹੁਤ ਚਿਰ ਤੋਂ ਲੱਗੇ ਹੋਏ ਨੇ। ਸੋ ਇਸ ਕਰਕੇ ਮੈਂ ਇਹ ਸਾਰੇ ਮੰਤਰੀ ਮੰਡਲ ਨੂੰ ਮੈਂ ਸਮਝਦਾ ਬਲਜਿੰਦਰ ਕੌਰ ਨੂੰ, ਅਮਨ ਅਰੋੜਾ ਨੂੰ, ਜਾਂ ਹੋਰ ਜਿਨ੍ਹਾਂ ਦੇ ਮਨਾਂ 'ਚ ਹੈ, ਉਹਨਾਂ ਨੂੰ ਥੋੜਾ ਸਬਰ ਕਰਨਾ ਚਾਹੀਦਾ। 5-4 ਮਹੀਨੇ ਬਾਅਦ ਐਕਸਪੈਂਸ਼ਨ ਤਾਂ ਹੋਣੀ ਹੋਣੀ ਹੈ, 10 ਮੰਤਰੀਆਂ ਨਾਲ ਤਾਂ ਕੰਮ ਚੱਲਣਾ ਨਹੀਂ, ਤੇ ਬਹੁਤ ਕੁਝ ਹਲੇ ਰਸਤੇ 'ਚ ਆਉਣਾ ਹੈ। ਤੋ ਇਸ ਕਰਕੇ ਸਭ ਨੂੰ ਹਲੇ ਸਬਰ ਨਾਲ ਤੇ ਠਰੰਬੇ ਨਾਲ ਚੱਲਣਾ ਚਾਹੀਦਾ। ਜੀ ਬਿਲਕੁਲ, ਕਾਹਲੀ ਜਿਹੜੀ ਹੈ ਉਹ ਕਈ ਵਾਰੀ ਇਹੋ ਜਿਹੇ ਫੈਸਲੇ ਲੈਣ ਲਈ ਮਜਬੂਰ ਕਰ ਦਿੰਦੀ ਹੈ। ਪਰ ਪ੍ਰੋਫੈਸਰ ਸਾਹਿਬ, ਇਹ ਤਾਂ ਗੱਲ ਮੰਤਰੀਆਂ ਦੀ ਸੀ, ਰਾਜ ਸਭਾ ਮੈਂਬਰਾਂ ਨੂੰ ਲੈ ਕੇ ਵੀ ਬੜੀ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਤੋਂ ਹੀ ਚਾਹੀਦੇ ਨੇ। ਇਹ ਕਹਿੰਦੇ ਕਿ ਕੁਝ ਬੰਦੇ ਦਿੱਲੀੋਂ ਫਿੱਟ ਕਰਨੇ ਨੇ ਤੇ ਕੁਝ ਜਿਵੇਂ ਹਰਭਜਨ ਸਿੰਘ ਹੋਰਾਂ ਦਾ ਨਾਮ ਇਸ ਕਤਾਰ ਦੇ ਵਿੱਚ ਹੈ, ਪਰ ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਕਿਹੜੇ ਮੁੱਦਿਆਂ ਨੂੰ ਜਾ ਕੇ ਉੱਥੇ ਐਡਰੈਸ ਕਰਨਾ, ਕਿਹੋ ਜਿਹੇ ਲੋਕ ਉੱਥੇ ਹੋਣੇ ਚਾਹੀਦੇ ਨੇ ਜੇ ਤੁਹਾਡੇ ਕੋਲ ਗਿਣਵੀਆਂ ਸੀਟਾਂ ਆਉਂਦੀਆਂ ਨੇ। ਦੇਖੋ, ਗੱਲ ਇਹ ਹੈ ਕਿ ਮੈਂ ਇਹ ਗੱਲ ਬਹੁਤ ਵਾਰ ਉਠਾਈ ਹੈ ਕਿ ਰਾਜ ਸਭਾ ਦੇ ਦਾ ਇੱਕ ਟੈਸਟ ਹੈ, ਤਾਂ ਟੈਸਟ ਲਈ ਦਿਨ ਬੜੇ ਘੱਟ, 21 ਮਾਰਚ ਹੈ ਸਾਰੇ, ਤੇ 2 ਦਿਨ ਰਹਿ ਗਏ। ਤੇ ਜਿਹੜੀ ਗੱਲ ਦਿੱਲੀ ਦੇ ਵਿੱਚ ਹੋਈ ਪਹਿਲਾਂ, ਜਿੱਥੇ ਤਾਂ ਦਿੱਲੀ 'ਚ ਸੀ, ਤੇ 2 ਬੰਦੇ ਦੋਨੇ ਗੁੱਤੇ ਜਿਹੜੇ ਨੇ ਉਹ ਹਰਿਆਣਾ ਤੋਂ ਲੈ ਕੇ ਰਾਜ ਸਭਾ ਦੇ ਮੈਂਬਰ ਬਣਾਏ। ਇੱਕ ਬੰਦਾ ਸੰਜੇ ਕੁਮਾਰ ਜਿਹੜਾ ਉਹ ਲੱਗਦਾ ਆਮ ਆਦਮੀ ਪਾਰਟੀ 'ਚ, ਜਿਹਦੇ ਬਾਰੇ ਕਹਿ ਸਕਦੇ ਆ ਸਹੀ ਬੰਦਾ ਰਾਜ ਸਭਾ 'ਚ ਗਿਆ ਸੀ। ਜਾਣੇ 2 ਬੰਦੇ ਹੋਰ ਚਾਹੀਦੇ ਸੀ, ਉਦੋਂ ਵੀ ਕਿਹਾ ਸੀ, ਹੁਣ ਵੀ ਕਹਿਣਾ। ਇੱਕ ਚਾਹੀਦਾ ਸੀ ਕੁਮਾਰ ਵਿਸ਼ਵਾਸ, ਦੂਜਾ ਚਾਹੀਦਾ ਸੀ ਜਰਨੈਲ ਸਿੰਘ। ਜਰਨੈਲ ਸਿੰਘ ਇਸ ਦੁਨੀਆ ਤੋਂ ਬੜਾ ਨਮੋਸ਼ੀ ਨਾਲ ਗਿਆ, ਉਹਦੇ ਨਾਲ ਧੋਖਾ ਹੋਇਆ, ਔਰ ਉਸ ਕਰਕੇ ਕਈ ਵਾਰੀ ਅਰਵਿੰਦ ਕੇਜਰੀਵਾਲ ਤੇ ਇਹ ਇਲਜ਼ਾਮ ਲੱਗੇ ਕਿ ਉਹ ਐਂਟੀ ਸਿੱਖ ਹੈ। ਤੇ ਦੂਜਾ ਬੰਦਾ ਕੁਮਾਰ ਵਿਸ਼ਵਾਸ, ਜਿਹੜਾ ਕੁਮਾਰ ਵਿਸ਼ਵਾਸ ਹੈ, ਇਹਨੇ ਤਾਂ ਫਿਰ ਕਈ ਕਿਸੇ ਨੀਵੇਂ ਹੱਦ ਤੱਕ ਵੀ ਆਪਣਾ ਵਿਰੋਧ ਪ੍ਰਗਟ ਕਰਨਾ ਸ਼ੁਰੂ ਕੀਤਾ। ਕਵੀ ਵਧੀਆ, ਬੋਲਦਾ ਵਧੀਆ, ਸ਼ਾਇਰੀ ਵਧੀਆ ਕਰਦਾ, ਸ਼ਾਇਰੀ ਨਾਲੋਂ ਅਦਾਇਗੀ ਜ਼ਿਆਦਾ ਵਧੀਆ, ਨਾਂ ਵੱਡਾ ਬਣਾ ਲਿਆ ਸੀ। ਪਰ ਆ ਜਿਹੜਾ ਅਖੀਰ 'ਚ ਜਾ ਕੇ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲਾਇਆ, ਉਹਦਾ ਕੋਈ ਫਾਇਦਾ ਵੀ ਨਹੀਂ ਹੋਇਆ, ਉਹਨੇ ਆਪਣੀ ਬਦਨਾਮੀ ਵੀ ਕਰਾਈ। ਨਹੀਂ ਕਰਨਾ ਚਾਹੀਦਾ ਸੀ, ਪਰ ਕਈ ਵਾਰੀ ਬੰਦਾ ਬੰਦਾ ਹੁੰਦਾ। ਉਹਦਾ ਭਰਾ ਜਿਹੜਾ ਹੈ ਪ੍ਰੋਫੈਸਰ ਹੈ, ਉਹਨੂੰ ਭਾਰਤੀ ਜਨਤਾ ਪਾਰਟੀ ਨੇ ਅਵਲਾਈਜ਼ ਕੀਤਾ, ਕੋਈ ਵੀ ਕਾਰਨ ਹੋ ਸਕਦਾ, ਉਹ ਵੱਖਰੀ ਗੱਲ ਹੈ। ਲੇਕਿਨ ਉਹਦੇ 'ਚ ਇੱਕ ਡਰ ਪੈਦਾ ਹੋਇਆ ਕਿ ਕੇਜਰੀਵਾਲ ਸਾਹਿਬ ਨੇ ਪੰਜਾਬ ਦੀਆਂ ਜਿਹੜੀਆਂ 5 ਸੀਟਾਂ ਆ ਸਕਦੀਆਂ ਨੇ, 4 ਤਾਂ ਪੱਕੀ ਹੀ ਨੇ, ਤੇ ਕਿਉਂਕਿ 20 ਬੰਦਿਆਂ ਦੇ ਪਿੱਛੇ ਇੱਕ ਜਾਣੀ ਹੁੰਦੀ ਹੈ। ਜੇ ਇਹਨਾਂ ਦੀ ਵਧੀਆ ਚਾਲ ਚੱਲੇ ਤੇ ਕਾਂਗਰਸ ਦੀ ਕੋਈ ਨਹੀਂ ਜਾ ਸਕਦੀ, 5 ਜਾ ਸਕਦੇ ਨੇ। ਜੇ ਕੱਲਾ ਰਾਣਾ ਗੁਰਜੀਤ ਦੇ ਮੁੰਡੇ ਨੂੰ, ਰਾਣਾ ਇੰਦਰ ਪ੍ਰਤਾਪ ਨੂੰ ਵੀ ਆਪਣੇ ਨਾਲ ਲੈ ਲੈਣਾ, ਆਜ਼ਾਦ ਮੈਂਬਰ ਨੂੰ, ਤਾਂ ਵੀ ਇਹਨਾਂ ਦੀ ਸਿਆਸੀ ਚਾਲ ਵਧੀਆ ਬਣ ਸਕਦੀ ਹੈ। ਲੇਕਿਨ ਗੱਲ ਹੈ ਵੀ ਭੇਜਣ ਲਈ ਪੰਜਾਬ ਤਾਂ ਇਹ ਚਾਹੁੰਦਾ ਹੈ, ਤੇ ਚਾਹੁੰਦਾ ਕੀ ਹੈ, ਹੋਣਾ ਚਾਹੀਦਾ, ਹੱਕ ਹੈ ਪੰਜਾਬ ਦਾ ਕਿ ਪੰਜਾਬ ਦੇ ਬੰਦੇ, ਪੰਜਾਬੀ ਕਲਚਰ ਨਾਲ ਸੰਬੰਧਿਤ, ਪੰਜਾਬੀ ਕੌਮ ਨੂੰ ਸਮਝਣ ਵਾਲੇ, ਪੰਜਾਬੀਅਤ ਨੂੰ ਸਮਝਣ ਵਾਲੇ ਬੰਦੇ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਬੰਦੇ ਰਾਜ ਸਭਾ 'ਚ ਚਾਹੀਦੇ ਨੇ। ਪਹਿਲੇ ਬੜੇ ਘੱਟ ਨੇ, ਔਰ ਉੱਥੇ ਜਿਹੜੀਆਂ 2-3 ਪੱਗਾਂ ਵੀ ਦਿਖਣੀਆਂ ਚਾਹੀਦੀਆਂ ਨੇ। ਔਰ ਇਹ ਨਹੀਂ ਮੈਂ ਕਹਿੰਦਾ ਕਿ ਬਾਕੀ ਬੰਦੇ ਨਾ ਜਾਣ, ਬਾਕੀ ਵੀ ਜਾਣ, ਲੇਕਿਨ ਸਹੀ ਬੰਦੇ ਜਾਣ। ਸਹੀ ਬੰਦੇ ਦਾ ਮਤਲਬ ਰਾਜ ਸਭਾ ਬਣਾਇਆ ਕਿਉਂ ਗਿਆ ਨਾ, ਜਿਹੜੇ ਤਾਂ ਲੋਕਾਂ ਨੇ ਚੁਣਨੇ ਨੇ, ਉਹ ਤਾਂ ਲੋਕ ਸਭਾ ਚਲੇ ਜਾਂਦੇ ਨੇ। ਅਪਰ ਹਾਊਸ ਦਾ ਮਤਲਬ ਹੈ ਕਿ ਸਿਆਣੇ ਬੰਦਿਆਂ ਦੀ ਸਭਾ, ਸਿਆਣੇ ਬੰਦਿਆਂ 'ਚ ਉਮਰ ਦਾ ਵੀ ਤਕਾਜ਼ਾ, ਸਿਆਣੇ ਬੰਦਿਆਂ 'ਚ ਕਿਸੇ ਖੇਤਰ 'ਚੋਂ ਸਿਆਣੇ ਹੁੰਦੇ ਨੇ, ਤੇ ਉਹ ਕੋਈ ਵੀ ਖੇਤਰ ਹੋਵੇ ਉਹਦੇ 'ਚੋਂ ਬੰਦੇ ਚੁਣਨੇ ਚਾਹੀਦੇ ਨੇ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਇੰਦਰਾ ਗਾਂਧੀ ਨੇ ਅੰਮ੍ਰਿਤਾ ਪ੍ਰੀਤਮ ਨੂੰ ਭੇਜਿਆ ਸੀ, ਪੰਜਾਬੀ ਰਾਈਟਰ ਨੂੰ। ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰ ਬਰਜਿੰਦਰ ਸਿੰਘ ਨੂੰ ਭੇਜਿਆ ਸੀ, ਅਜੀਤ ਦੇ ਐਡੀਟਰ ਨੂੰ। ਉਸੇ ਤਰੀਕੇ ਨਾਲ ਇੱਥੋਂ ਬੰਦੇ ਬਹੁਤ ਪਏ ਨੇ, ਉਹਨਾਂ ਨੂੰ ਲੱਭ ਲਓ। ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ, ਜਿਨ੍ਹਾਂ ਨੂੰ
ਖੁਦ ਕੇਜਰੀਵਾਲ ਸਾਹਿਬ ਆਪ ਜੀ ਦੇ ਘਰ ਗਏ ਸੀ, ਸਰਦਾਰਾ ਸਿੰਘ ਜੌਹਲ ਇੱਥੇ ਹੈ, ਤੇ ਜਾਂ ਫਿਰ ਸਰਜੀਤ ਪਾਤਰ ਵਰਗੇ ਬੰਦੇ ਕਿੰਨੇ ਪਏ ਨੇ ਉੱਥੇ, ਉਹਨਾਂ ਚ ਚੁਣ ਲਓ। ਇੱਕ ਅੱਧਾ ਤਾਂ ਚਾਹੀਦਾ ਸਾਹਿਤਕਾਰ, ਜਿਹਨੂੰ ਬੋਲਣ ਦੀ ਜ਼ਰੂਰਤ ਹੋਵੇ, ਸੱਚ ਬੋਲਣ ਦੀ। ਦੂਜਾ ਮੇਰੇ ਹਿਸਾਬ ਨਾਲ ਤੁਸੀਂ ਉਹ ਬਜ਼ੁਰਗ ਪੋਲੀਟੀਸ਼ੀਅਨ ਲੱਭੋ। ਬਹੁਤ ਆ ਪੰਜਾਬ, ਕਿੱਥੇ ਆ ਪੰਜਾਬ 'ਚ ਕਿੰਨੇ ਬਿਊਰੋਕਰੇਟ ਪਏ ਨੇ, ਪੰਜਾਬ 'ਚ ਕਿੰਨੇ ਜੱਜ ਪਏ ਨੇ, ਪੰਜਾਬ 'ਚ ਕਿੰਨੇ ਪੱਤਰਕਾਰ ਨੇ, ਕਿੰਨੇ ਪ੍ਰੋਫੈਸਰ ਨੇ ਜਿਨ੍ਹਾਂ ਨੇ ਪੰਜਾਬ ਲਈ ਕੰਮ ਕੀਤਾ, ਉਹਨਾਂ ਨੂੰ ਲੈ ਕੇ ਜਾਓ। ਹਰਭਜਨ ਸਿੰਘ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ, ਮੈਨੂੰ ਨਹੀਂ ਪਤਾ ਜਿਹਨੇ ਵੀ ਇਹ ਸੋਚਾ ਛੱਡਿਆ ਤਾਂ ਉਹਦੇ ਕੋਲ ਸੋਰਸ ਕੀ ਹੈ, ਲੇਕਿਨ ਜੇ ਹਰਭਜਨ ਸਿੰਘ ਨੂੰ ਚਲੋ ਮੰਨ ਲੈਂਦੇ ਭੇਜ ਰਹੇ ਨੇ, ਪਰ ਕ੍ਰਾਈਟੇਰੀਆ ਕੀ ਹੈ? ਕੀ ਹਰਭਜਨ ਸਿੰਘ ਨੂੰ ਪੰਜਾਬ ਦੀ ਪੂਰੀ ਸਿਆਸਤ ਦਾ ਪਤਾ ਹੈ? ਕੀ ਸਚਿਨ ਤੰਦੂਲਕਰ ਨੂੰ ਭੇਜਿਆ ਸੀ, ਤੰਦੂਲਕਰ ਸੁੱਚੇ ਮੂੰਹ ਵਾਪਸ ਆ ਗਿਆ, ਪਹਿਲਾਂ ਤਾਂ ਜਾਂਦਾ ਹੀ ਨਹੀਂ ਸੀ, ਜੇ ਗਿਆ ਤਾਂ ਬੋਲਿਆ ਕੀ? ਇਹ ਜਿਹੜੇ ਸਾਡੇ ਸਦਨ ਨੇ ਨਾ, ਇੱਥੋਂ ਦੀਆਂ ਸਪੀਚਾਂ ਸਦੀਆਂ ਤੱਕ ਰਹਿਣੀਆਂ ਹੁੰਦੀਆਂ ਨੇ। ਤੇ ਮੈਂ ਕਿੰਨੇ ਵਾਰੀ ਕੋਟ ਕੀਤਾ ਸਰਦਾਰ ਕਪੂਰ ਸਿੰਘ ਦੀ ਸਪੀਚ ਨੂੰ, ਜਿਹੜੀ 1966 ਚ ਦਿੱਤੀ ਸੀ ਉਹਨਾਂ ਨੇ, ਜਾਂ ਜਿਹੜੀ ਸਪੀਚ ਉਹਨਾਂ ਨੇ ਪੰਡਤ ਨਹਿਰੂ ਨੂੰ ਮਤਲਬ ਬੜੀਆਂ ਸਿੱਧੀਆਂ ਸੁਣਾਈਆਂ ਸੀ ਜਦੋਂ ਚੀਨ ਤੋਂ ਹਾਰੇ ਸੀ। ਇੰਨੇ ਹੌਸਲੇ ਵਾਲੇ, ਇੰਨੇ ਪੜ੍ਹੇ ਲਿਖੇ ਬੰਦੇ ਹੋਣੇ ਚਾਹੀਦੇ ਨੇ, ਤੇ ਉਹਦੇ ਲਈ ਬਹੁਤ ਮਿਹਨਤ ਦੀ ਲੋੜ ਹੈ। ਤੇ ਜੇ ਜਿਵੇਂ ਹੁਣ ਚਰਚਾ ਚੱਲਦੀ ਹੈ ਕਿ ਰਾਘਵ ਚੱਡੇ ਨੂੰ ਭੇਜਣਾ ਜੀ, ਫਲਾਣੇ ਪਾਠਕ ਨੂੰ ਭੇਜਣਾ ਜੀ, ਦੇਖੋ ਤੁਸੀਂ ਹੁਣ ਭੇਜ ਸਕਦੇ ਹੋ, ਕੋਈ ਬੋਲੂ ਨਹੀਂ, ਪਰ ਪੰਜਾਬ ਦੇ ਮਨ ਦੇ ਵਿੱਚ ਇੱਕ ਗੱਲ ਆ ਜੂ ਕਿ ਪੰਜਾਬ ਤਾਂ ਫਿਰ ਵਰਤਿਆ ਜਾਣ ਲੱਗਾ, ਪਹਿਲਾਂ ਹੀ ਹੋ ਜੂ। ਯਾਨੀ ਜਦੋਂ ਹਲੇ ਹਨੀਮੂਨ ਦਾ ਪੀਰੀਅਡ ਖਤਮ ਨਹੀਂ ਹੋਇਆ, ਪਹਿਲਾਂ ਹੀ ਇਸ ਕਿਸਮ ਦੀ ਗੱਲ ਹੋ ਜੂਗੀ। ਜੇ ਪੰਜਾਬ ਨੂੰ ਵਰਤ ਕੇ ਬਾਹਰਲੇ ਬੰਦੇ ਨੌਨ ਪੰਜਾਬੀ ਪੰਜਾਬ ਦੇ ਖਾਤੇ ਚੋਂ ਰਾਜ ਸਭਾ ਚ ਜਾਣਗੇ, ਜਿਹਦਾ ਖਾਦਸਾ ਜ਼ਰੂਰ ਹੈ, ਹੋ ਸਕਦਾ ਹੈ ਗੱਲ ਖਾਦਸਾ ਹੀ ਹੋਵੇ, ਰੱਬ ਕਰੇ ਗੱਲ ਸੱਚੀ ਨਾ ਹੋਵੇ। ਸੱਚੀ ਗੱਲ ਤਾਂ ਉਦੋਂ ਬਣੂਗੀ ਜਦੋਂ ਪੰਜਾਬ ਚੋਂ ਬੰਦੇ ਚੁਣੇ ਜਾਣਗੇ, ਔਰ ਪੰਜਾਬ ਚ ਬਹੁਤ ਬੰਦੇ ਪਏ ਨੇ ਜਿਨ੍ਹਾਂ ਨੇ ਕੰਮ ਕੀਤਾ। ਮੈਂ ਤਾਂ ਕਹਿਣਾ ਕਿ ਇਹ ਗਲਤੀ ਕੀਤੀ ਰਾਜੇਵਾਲ, ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ। ਜੇ ਕਿਤੇ ਉਹ ਨਾ ਵਿਰੋਧ ਕਰਦੇ, ਜੇ ਕਿਤੇ ਅੱਜ ਹਾਲਾਤ ਬਿਲਕੁਲ ਪਹਿਲਾਂ ਵਾਲੇ ਹੁੰਦੇ, ਵੱਖਰੇ ਹੁੰਦੇ, ਇਹਨਾਂ ਦਾ ਵਿਰੋਧ ਨਾ ਹੁੰਦਾ, ਤਾਂ ਰਾਜੇਵਾਲ ਬਹੁਤ ਵਧੀਆ ਬੰਦਾ ਹੋਣਾ ਸੀ, ਔਰ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਉੱਥੇ ਹੋਣੀ ਸੀ। ਤਾਂ ਇਸ ਤਰ੍ਹਾਂ ਕੋਈ ਕਿਸਾਨਾਂ ਦੀ ਆਵਾਜ਼ ਹੋਵੇ, ਕੋਈ ਲੋਕਾਂ ਦੀ ਆਵਾਜ਼ ਹੋਵੇ, ਇੱਕ ਅੱਧੀ ਵਪਾਰੀਆਂ ਦੀ ਆਵਾਜ਼ ਹੋਵੇ, ਇੱਕ ਅੱਧਾ ਸਾਹਿਤਕਾਰ, ਕਲਾਕਾਰ, ਭਗਵੰਤ ਸਿੰਘ ਮਾਨ ਖੁਦ ਕਲਾਕਾਰ ਹੈ, ਇੱਕ ਅੱਧਾ ਕਲਾਕਾਰ, ਇੱਕ ਅੱਧਾ ਖਿਡਾਰੀ ਹੋਵੇ, ਇਹ ਹੈ ਰਾਜ ਸਭਾ ਚ ਹੋਣਾ। ਤੇ ਉਹ ਹੁਣ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਣ। ਤੇ ਦੇਖਦੇ ਆ 2 ਦਿਨ ਰਹਿ ਗਏ ਨੇ, ਪਰ ਇਹ ਨਾ ਹੋਵੇ ਪੰਜਾਬ ਨੂੰ ਨਮੋਸ਼ੀ ਹੋਵੇ, ਨੌਨ ਪੰਜਾਬੀ ਉਧਰ ਚਲੇ ਜਾਣ। ਜੀ ਬਿਲਕੁਲ। ਇੱਧਰ ਅਕਾਲੀ ਦਲ 'ਚ ਕਾਫੀ ਖਲਾਰਾ ਪਿਆ ਹੋਇਆ। ਇੱਕ ਤਾਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਲੇ ਮਹੱਲੇ ਤੇ ਉਹਨਾਂ ਨੇ ਜੋ ਕੁਝ ਕਿਹਾ, ਤੇ ਦੂਜੇ ਪਾਸੇ ਜਥੇਦਾਰ ਸਾਹਿਬ ਨੇ ਜੋ ਕੁਝ ਕਿਹਾ ਉਹ ਚਰਚਾ ਵਾਲੇ ਰੁਕਣ ਦਾ ਨਾਮ ਨਹੀਂ ਲੈ ਰਹੀ। ਉਧਰੋਂ ਹਜ਼ੂਰੀ ਰਾਗੀ ਜਿਹੜੇ ਨੇ ਦਰਬਾਰ ਸਾਹਿਬ ਦੇ, ਉਹਨਾਂ ਨੇ ਵੀ ਚਿੱਠੀ ਕੱਢਤੀ, ਪਰ ਬਾਦਲ ਪਰਿਵਾਰ ਜਿਹੜਾ ਉਹਨਾਂ ਨੇ ਅਸਤੀਫਾ ਤਾਂ ਦਿੱਤਾ, ਪਰ ਉਹ ਅਸਤੀਫਾ ਕਹਿੰਦੇ ਕਬੂਲ ਨਹੀਂ ਹੋਇਆ। ਉਹ ਕਹਿੰਦੇ ਉਦਾਂ ਹੀ ਆ ਕਿ ਸਿਆਸਤ ਵਾਂਗੂ ਸ਼ੋਸ਼ਾ ਛੱਡ ਦਿੱਤਾ, ਤੇ ਪਤਾ ਹੀ ਸੀ ਕਿ ਅਸਤੀਫਾ ਕਬੂਲ ਨਹੀਂ ਹੋਣਾ। ਤੇ ਕਈ ਇਹੋ ਜਿਹੇ ਵੀ ਬੈਠੇ ਨੇ ਅਕਾਲੀ ਦਲ ਦੇ ਵਿੱਚ ਜਿਹੜੇ ਵਿਰੋਧਤਾ ਕਰ ਰਹੇ ਨੇ, ਕਈ ਇਹੋ ਜਿਹੇ ਨੇ ਜਿਹੜੇ ਕਹਿ ਰਹੇ ਨੇ ਕਿ ਬਾਦਲ ਸਾਹਿਬ ਹੋਣਾ ਬਿਨਾਂ ਅਕਾਲੀ ਦਲ ਬਚਦਾ ਹੀ ਨਹੀਂ। ਨਹੀਂ, ਤੁਸੀਂ ਹੁਣ 3 ਸਵਾਲ ਕਰਤੇ, ਪਹਿਲਾਂ ਤਾਂ ਅਸਤੀਫੇ ਤੋਂ ਗੱਲ ਸ਼ੁਰੂ ਕਰ ਦਿੰਦੇ। ਇਹ ਅਸਤੀਫਾ ਨਹੀਂ ਹੁੰਦਾ, ਇਹ ਡਰਾਮਾ ਹੁੰਦਾ। ਇਹ ਡਰਾਮਾ ਪਹਿਲੇ ਸਕ੍ਰਿਪਟਡ ਹੁੰਦਾ ਕਿ ਮੈਂ ਕਹੂੰਗਾ ਕਿ ਮੈਂ ਜ਼ਿੰਮੇਵਾਰੀ ਆਪਦੇ ਸਿਰ ਲੈ ਕੇ ਅਸਤੀਫਾ ਦਿੰਦਾ, ਫਲਾਣਾ ਕਹੂ ਨਹੀਂ ਜੀ ਤੁਸੀਂ ਨਹੀਂ ਇਹ ਕਰਨਾ ਜੀ। ਤੇ ਹਾਲਾਂਕਿ ਮੈਨੂੰ ਤਾਂ ਇਹ ਵੀ ਪਤਾ ਲੱਗਿਆ, ਤੇ ਜਿੱਥੇ ਬਾਦਲ ਸਾਹਿਬ ਨੇ ਨਾ, ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਸੀ ਜ਼ਿਲ੍ਹਾ ਪ੍ਰਧਾਨਾਂ 'ਚ, ਉਹਨਾਂ 'ਚ ਕਈ ਪ੍ਰਧਾਨ ਬਹੁਤ ਔਖੇ ਸੀ ਕਿ ਬਹੁਤ ਹੋ ਗਿਆ ਹੁਣ। ਤੇ ਵੈਸੇ ਤਾਂ ਸੱਚੀ ਗੱਲ ਹੈ, ਬਹੁਤ ਹੋ ਗਿਆ ਹੁਣ। ਇਹਨਾਂ ਨੂੰ ਕਿ ਮੰਥਨ ਕਰਨ ਦੀ ਬਜਾਏ, ਮੰਥਨ ਤਾਂ ਉਦੋਂ ਹੁੰਦਾ ਨਾ ਜਦੋਂ ਪਤਾ ਨਾ ਲੱਗੇ, ਲੁਕਵੀਂ ਗੱਲ ਹੋਵੇ। ਹੁਣ ਤਾਂ ਕੰਧ ਤੇ ਲਿਖਿਆ ਕਿ ਕੀ ਕਰਨਾ ਕਰਕੇ ਅਸੀਂ ਹਾਰੇ ਆ, ਤੇ ਬਸ ਉਹ ਕਾਰਨ ਦੂਰ ਕਰ ਲਓ। ਜਿਹੜਾ ਵੱਡਾ ਕਾਰਨ ਤਾਂ ਉਹੀ ਹੈ ਬਾਦਲਾਂ ਦਾ, ਪਰਿਵਾਰ ਦਾ। ਜੇ ਕੁਨਬਾ ਪ੍ਰਸਤੀ ਜਾਂ ਪਰਿਵਾਰਵਾਦ ਖਤਮ ਕਰ ਲਓਗੇ ਤੇ ਆਪਣੇ ਆਪ ਜੀ ਬਹੁਤ ਕੁਝ ਠੀਕ ਹੋ ਜਾਊਗਾ। ਤੇ ਜਦੋਂ ਤੁਹਾਨੂੰ ਮੰਥਨ ਦੇ ਕਾਰਨ ਦਾ ਪਤਾ ਹੋਵੇ, ਫਿਰ ਮੰਥਨ ਕਰਨ ਦੀ ਕੀ ਲੋੜ ਹੈ? ਤੋਂ ਇਹ ਤਾਂ ਡਰਾਮਾ ਸੀ, ਪਤਾ ਹੀ ਸੀ ਵੀ ਐ ਕਰਨਾ ਹੈ। ਉਸ ਤੋਂ ਬਾਅਦ ਪ੍ਰੈਸ ਨੋਟ ਵੀ ਤਾਂ ਉਹਨਾਂ ਨੇ ਦੇਣਾ,
ਨਹੀਂ ਜੀ, ਨਹੀਂ ਜੀ, ਤੁਹਾਡੇ ਬਿਨਾਂ ਕੁਝ ਚੱਲਦਾ ਨਹੀਂ। ਗੱਲ ਇੱਥੇ ਇਹ ਕਿਸੇ ਹੱਦ ਤੱਕ ਇਸ ਕਰਕੇ ਤਾਂ ਠੀਕ ਹੋ ਸਕਦੀ ਹੈ ਕਿ ਮੰਨ ਲਓ, ਆਪਾਂ ਮੰਨ ਲਈਏ, ਚਲੋ ਫਰਜ਼ ਕਰ ਲਈਏ ਕਿ ਸੁਖਬੀਰ ਸਿੰਘ ਬਾਦਲ ਦਾ ਰਿਜ਼ਾਈਨ ਹੋ ਗਿਆ, ਪ੍ਰਕਾਸ਼ ਸਿੰਘ ਬਾਦਲ ਤਾਂ ਬਜ਼ੁਰਗ ਹੋ ਗਏ, ਤਾਂ ਹੁਣ ਕੌਣ ਬਣੂ? ਹੁਣ ਜਿਹੜਾ ਕੌਣ ਬਣੂਗਾ ਉਹ ਹੈ ਪ੍ਰੇਮ ਸਿੰਘ ਚੰਦੂਮਾਜਰਾ ਬਣੂ, ਦਲਜੀਤ ਸਿੰਘ ਚੀਮਾ ਬਣੂ, ਲਿਆਓ ਨੰਬਰ 2। ਜਿਹੜਾ ਨੰਬਰ 2 ਤੇ ਆਊਗਾ ਉਵੇਂ ਆਊ ਜਿਵੇਂ ਚੰਨੀ ਤੇ ਸਿੱਧੂ ਲੜਦੇ ਰਹੇ, ਜਾਂ ਤਾਂ ਉਸ ਤੋਂ ਬਾਅਦ ਕੋਈ ਵੱਡਾ ਕੱਦ ਹੁੰਦਾ। ਹਾਂ, ਇਹ ਹੋ ਸਕਦਾ ਵੀ ਆਪਾਂ ਇਕੱਠੇ ਕਰ ਲਈਏ। ਇਹ ਕੰਮ ਜਥੇਦਾਰ ਦਾ ਸੀ ਕਿ ਤੁਸੀਂ ਆ ਜਾਓ, ਇਹ ਰਿਜ਼ਾਈਨ ਕਰਦੇ ਨੇ, ਸਾਰੇ ਇਕੱਠੇ ਹੋ ਜਾਓ, ਫੇਰ ਬਣ ਸਕਦੇ। ਲਓ ਜੀ, ਸੁਖਦੇਵ ਸਿੰਘ ਢੀਂਡਸਾ ਸਾਹਿਬ ਇਹ ਚਲੇ ਗਏ, ਤੁਸੀਂ ਪ੍ਰਧਾਨ, ਸੀਨੀਅਰ ਵੀਰ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਸਾਰਾ ਪਰਿਵਾਰ ਇਕੱਠਾ ਹੋ ਜਾਓ, ਫਿਰ ਤਾਂ ਗੱਲ ਬਣਦੀ ਸੀ। ਐਜ਼ ਇਟ ਇਜ਼ ਤਾਂ ਫਿਰ ਕੋਈ ਤਾਂ ਹੋਣਾ ਹੀ ਹੈ। ਇੱਕ ਗੱਲ ਤਾਂ ਇਹ ਹੈ ਕਿ ਉਹ ਡਰਾਮਾ ਹੁੰਦਾ ਹੈ ਜਿਹੜਾ ਤੁਸੀਂ ਜਿਹਦੀ ਗੱਲ ਕੀਤੀ। ਰਹੀ ਗੱਲ ਜਿਹੜਾ ਇਹਨਾਂ ਨੂੰ ਡਰ ਹੈ, ਉਹ ਬਹੁਤ ਵੱਡਾ ਹੈ। ਪਹਿਲੀ ਤਾਂ ਗੱਲ ਜਿਹੜੀ ਤੁਸੀਂ ਸਿਮਰਨਜੀਤ ਸਿੰਘ ਮਾਨ ਦੀ ਕੀਤੀ ਹੈ, ਦੇਖੋ ਜਿਹੜਾ ਮਾਨ ਸਾਹਿਬ ਇੱਕ ਖਾਸ ਵਿਚਾਰਧਾਰਾ ਦੀ ਗੱਲ ਅੱਜ ਨਹੀਂ ਲਗਾਤਾਰ ਕਰਦੇ ਆ ਰਹੇ ਨੇ, ਇਹਦੇ 'ਚ ਕੋਈ ਦੋਰਾਵਾ ਨਹੀਂ। ਲੋਕਾਂ ਨੇ ਉਹਨਾਂ ਨੂੰ ਜਿਤਾਇਆ ਸੀ ਤੇ ਉਹ 2 ਵਾਰੀ ਲੋਕ ਸਭਾ 'ਚ, ਪਹਿਲੀ ਵਾਰ ਲੋਕ ਸਭਾ 'ਚ ਜੇ ਕਿਰਪਾਨ ਦਾ ਇਸ਼ੂ ਲੈ ਕੇ ਨਹੀਂ ਗਏ ਤੇ ਦੂਜੀ ਵਾਰ ਉਹ ਚਲੇ ਗਏ। ਮੈਂ ਉਹਨਾਂ ਨੂੰ ਪੁੱਛਿਆ ਇੱਕ ਇੰਟਰਵਿਊ 'ਚ, ਕਹਿੰਦੇ, ਮੈਂ ਕਿਹਾ ਤੁਸੀਂ ਕਿਉਂ ਨਹੀਂ ਗਏ? ਕਹਿੰਦੇ ਐ ਕਿਰਪਾਨ ਰੱਖ ਕੇ, ਕਹਿੰਦੇ ਇਹ ਸਾਡਾ ਸੰਵਿਧਾਨਿਕ ਹੱਕ ਹੈ। ਕਹਿੰਦੇ ਮੈਂ ਤਾਂ ਨਹੀਂ ਗਿਆ। ਮੈਂ ਕਿਹਾ ਦੂਜੀ ਵਾਰ ਕਿਉਂ ਗਏ? ਮਤਲਬ ਉਹਨਾਂ ਕੋਲ ਕੋਈ ਲੌਜਿਕ ਨਹੀਂ ਸੀ। ਤੇ ਲੇਕਿਨ ਸਿਮਰਨਜੀਤ ਸਿੰਘ ਮਾਨ ਦਾ ਕਈ ਗੱਲਾਂ 'ਚ, ਜਿਵੇਂ ਉਹਨਾਂ ਨੇ ਅੱਜ ਇਹ ਗੱਲ ਕਹੀ ਅਨੰਦਪੁਰ ਸਾਹਿਬ ਦੇ ਵਿੱਚ ਕਿ ਸ਼੍ਰੋਮਣੀ ਕਮੇਟੀ 'ਚ ਕੀ ਚੱਲ ਰਿਹਾ, ਕਿ ਜਿਹੜੇ ਆਪਦੇ ਉਹਨਾਂ ਦੇ ਚਹੇਤੇ ਨੇ ਉਹਨਾਂ ਨੂੰ 3-3 ਹਜ਼ਾਰ ਕਿੱਲੇ ਨੂੰ ਠੇਕੇ ਤੇ, ਜਿਹਦੇ 50,000 ਕਿੱਲੇ ਦਾ ਠੇਕਾ ਹੈ ਉਹਨੂੰ 3,000 ਦੇ ਰਹੇ ਨੇ। ਇਹ ਗੱਲ ਉਹਨਾਂ ਦੀ ਠੀਕ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚ ਕਾਫੀ ਕੁਝ ਗੜਬੜ ਚੱਲ ਰਹੀ ਹੈ, ਇਹ ਤਾਂ ਗੱਲ ਸਹੀ ਹੈ। ਇਹ ਗੱਲ ਮੈਂ ਕਿਸ ਬਣਾ ਤੇ ਕਹਿ ਰਿਹਾ? ਇਹ ਇਸ ਕਰਕੇ ਕਹਿ ਰਿਹਾ ਕਿ ਚੀਫ ਸੈਕਟਰੀ ਜਿਹੜੇ ਹਰਚਰਨ ਸਿੰਘ ਸੀ, ਉਹ ਮੈਂ 2 ਇੰਟਰਵਿਊ ਮੇਰੀਆਂ YouTube ਤੇ ਸੁਣ ਲਿਓ ਪਈਆਂ ਨੇ, ਉਹਨਾਂ ਨੇ ਮੈਨੂੰ ਦੱਸਿਆ ਵੀ ਕਿੱਥੇ ਕਿੱਥੇ ਕਿੰਨੀ ਹੇਰਾਫੇਰੀ ਹੁੰਦੀ ਹੈ। ਤੇ ਉਹ ਹੇਰਾਫੇਰੀ ਸ਼੍ਰੋਮਣੀ ਕਮੇਟੀ 'ਚ ਮੈਨੂੰ ਤਾਂ ਕਈ ਗੱਲਾਂ ਤੇ ਹੈਰਾਨੀ ਹੋਈ। ਮੈਂ ਤਾਂ ਸੋਚਦਾ ਸੀ ਜਿਹੜੀ ਕਾਰ ਸੇਵਾ ਹੈ ਇਹ ਤਾਂ ਸੇਵਾ ਹੈ, ਪਰ ਉਹ ਜਦੋਂ ਇਹ ਦੱਸਦੇ ਨੇ ਵੀ ਕਾਰ ਸੇਵਾ ਲੈਣ ਲਈ ਪੈਸੇ ਚੱਲਦੇ ਨੇ, ਰਿਸ਼ਵਤ ਚੱਲਦੀ ਹੈ, ਮੈਨੂੰ ਉਦੋਂ ਹੈਰਾਨੀ ਹੋ ਗਈ ਇਹਦੇ 'ਚ ਵੀ ਇਹ ਵੀ ਧੰਦਾ ਬਣਾ ਲਿਆ। ਤਾਂ ਇਹ ਗੱਲਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀਆਂ ਠੀਕ ਨੇ ਕਿ ਕਰਪਸ਼ਨ ਹੈ, ਕਿ ਉਹਦੀ ਇਲੈਕਸ਼ਨ ਹੋਣੀ ਚਾਹੀਦੀ ਹੈ, ਇੱਥੇ ਤੱਕ ਕੋਈ ਦੋਰਾਵਾ ਨਹੀਂ। ਬਾਕੀ ਉਹਨਾਂ ਦਾ ਇਹ ਕਹਿਣਾ ਕਿ ਜੀ ਅੱਜ ਅਸੀਂ ਜੈ ਸ਼੍ਰੀ ਰਾਮ ਦਿੱਲੀ ਕਿਆ ਕਰਾਂਗੇ, ਜੈ, ਇਹ ਉਹ ਤਾਂ ਖਾਲਸਾ ਜਿੰਦਾਬਾਦ ਤੋਂ ਲੈ ਕੇ ਸਾਰੀਆਂ ਗੱਲਾਂ ਉਹ ਲਗਾਤਾਰ ਕਰਦੇ ਨੇ, ਕੌਮ ਨੂੰ ਝਿਜੋੜਨ ਦੀ ਕੋਸ਼ਿਸ਼ ਉਹਨਾਂ ਦੀ ਅਨੰਦਪੁਰ ਸਾਹਿਬ 'ਚ ਨਜ਼ਰ ਆਈ। ਉਹ ਤੋਂ ਅੱਗੇ ਵਧੀਏ ਆਪਾਂ, ਜਿਹੜੀ ਗੱਲ ਜ਼ਿਆਦਾ ਇੰਪੋਰਟੈਂਟ ਹੈ, ਜਿਹੜਾ ਤੁਸੀਂ ਸਵਾਲ ਸ਼੍ਰੋਮਣੀ ਕਮੇਟੀ ਦਾ ਕੀਤਾ ਸੁਖਵਿੰਦਰ, ਉਹ ਇਹ ਹੈ ਕਿ ਜੋ ਕੁਝ ਦਿੱਲੀ 'ਚ ਹੋਇਆ, ਹੁਣ ਦਿੱਲੀ 'ਚ ਕੀ ਹੋਇਆ ਜਰਾ ਸਮਝਣ ਦੀ ਕੋਸ਼ਿਸ਼ ਕਰੋ। ਦਿੱਲੀ ਦੇ ਵਿੱਚ ਦਿੱਲੀ ਦੀ ਸਿੱਖ ਸਿਆਸਤ ਜਿਹੜੀ ਉਹ ਘੁੰਮਦੀ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਲੇਕਿਨ ਬੰਦਾ ਉੱਥੇ ਤਕੜਾ ਹੋ ਜਾਂਦਾ। ਉੱਥੇ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਉਹ ਪ੍ਰਧਾਨ ਰਹੇ, ਉਹ ਕਾਂਗਰਸ ਦੇ ਨੇੜੇ ਸੀ, ਕੈਪਟਨ ਦੇ ਨੇੜੇ ਸੀ। ਪਰਮਜੀਤ ਸਰਨਾ ਤਾਂ ਪਿਛਲੀ ਵਾਰ ਵੀ OSD ਸੀ। ਤਾਂ ਉਹ ਤੇ ਇੱਕ ਗੱਲ ਤਾਂ ਹੈ ਕਿ ਸਰਨਾ ਬ੍ਰਦਰ ਤੇ ਕਾਂਗਰਸ ਦੇ ਨੇੜੇ ਤਾਂ ਹੈ, ਲੇਕਿਨ ਦੂਜਾ ਇਲਜ਼ਾਮ ਕਰਪਸ਼ਨ ਦਾ ਨਹੀਂ ਲੱਗਿਆ। ਲੇਕਿਨ ਮਨਜੀਤ ਸਿੰਘ ਜੀ ਕੇ ਜਥੇਦਾਰ ਸੰਤੋਖ ਸਿੰਘ ਉਹਨਾਂ ਦੇ ਪਿਤਾ ਜੀ ਸੀ, ਉਹ ਵੀ ਕਿਸੇ ਟਾਈਮ ਇੰਦਰਾ ਗਾਂਧੀ ਦੇ ਨੇੜੇ ਸੀ। ਚਲੋ ਉਹ ਜਿਹੜੇ ਮਨਜੀਤ ਸਿੰਘ ਜੀ ਕੇ ਜਦੋਂ ਪ੍ਰਧਾਨ ਬਣਦਾ ਸ਼੍ਰੋਮਣੀ ਅਕਾਲੀ ਦਾ ਤਕੜਾ ਹੁੰਦਾ ਹੈ, ਤੇ ਪਰ ਜਿਵੇਂ ਮਨਜੀਤ ਸਿੰਘ ਜੀ ਕੇ ਤੇ ਇਲਜ਼ਾਮ ਲੱਗਦੇ ਨੇ ਕਰਪਸ਼ਨ ਦੇ, ਉਹ ਵੀ ਆਪਾਂ ਦੇਖੇ। ਇੱਕ ਟਾਈਮ ਸੀ ਮਨਜੀਤ ਸਿੰਘ ਜੀ ਕੇ ਤਕੜਾ ਸੀ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ, ਨੇੜੇ ਸੀ ਬਾਦਲਾਂ ਦੇ। ਉਹ ਨਿਕਲਦਾ, ਫੇਰ ਆ ਜਾਂਦਾ ਹੈ ਬਰਜਿੰਦਰ ਸਿੰਘ ਸਿਰਸਾ। ਸਿਰਸਾ ਵੀ ਬਾਦਲਾਂ ਦੇ ਬਹੁਤ ਨੇੜੇ ਰਿਹਾ, ਔਰ ਸਿਰਸਾ ਦੀ ਕਿਸਾਨ ਅੰਦੋਲਨ ਦੇ ਵਿੱਚ ਕਾਫੀ ਭਲ ਬਣੀ। ਜਿਸ ਤਰੀਕੇ ਸਿਰਸੇ ਨੂੰ ਮੀਡੀਆ ਵੀ ਵਰਤਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ, ਔਰ ਚਾਹੇ ਉਹ ਦੀਪ ਸਿੱਧੂ ਹੈ,
ਚਾਹੇ ਕੋਈ ਹੋਰ ਜ਼ਮਾਨਤਾਂ ਕਰਾ ਕੇ ਘਰ ਤੱਕ ਛੱਡ ਕੇ ਵੀਡੀਓ ਪਾਉਂਦੇ ਸੀ ਤਾਂ ਕਿ ਲੋਕਾਂ 'ਚ ਮੈਸੇਜ ਜਾਵੇ। ਆਪਣਾ ਕੱਦ-ਬੁੱਤ ਅੰਦੋਲਨ 'ਚ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਤੇ ਵੀ ਇਲਜ਼ਾਮ ਲੱਗ ਗਏ ਔਰ ਇਲਜ਼ਾਮ ਕਰਪਸ਼ਨ ਦੇ ਮਾੜੇ ਹੁੰਦੇ ਨੇ, ਕੇਸ ਵੀ ਚੱਲੇ। ਚਲੋ ਐਸਜੀਪੀਸੀ ਜਿਹੜੀ ਦੂਜੀ ਗੁਰਦੁਆਰਾ ਕਮੇਟੀ 'ਚ ਚੋਣ ਹਾਰ ਕੇ ਵੀ ਉਹਨਾਂ ਨੂੰ ਬਾਦਲਾਂ ਨੇ ਨਾਲ ਰੱਖਿਆ। ਪਰ ਫਿਰ ਬਾਦਲ ਤਾਂ ਇਹ ਕਹਿੰਦੇ ਨੇ ਕਿ ਜੀ ਉਹਨਾਂ ਦੀ ਮਜਬੂਰੀ ਸੀ, ਅਮਿਤ ਸ਼ਾਹ ਨੇ ਡਰਾ ਕੇ ਉਹਨੂੰ ਨਾਲ ਲਾ ਲਿਆ, ਉਹ ਭਾਰਤੀ ਜਨਤਾ ਪਾਰਟੀ ਚਲੇ ਗਏ ਇਹ ਕਹਿ ਕੇ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਂਗੇ। ਸਿਰਸਾ ਕੱਲਾ ਨਹੀਂ ਗਿਆ, ਸਿਰਸੇ ਨੇ ਫਿਰ ਇਹੋ ਜਿਹਾ ਡੈਂਟ ਪਾਇਆ ਸਿੱਖ ਸਿਆਸਤ ਦੇ ਵਿੱਚ ਕਿ ਸੰਤਾਂ ਤੋਂ ਲੈ ਕੇ ਸਾਰੇ ਬੰਦੇ ਅਮਿਤ ਸ਼ਾਹ ਜਾਂ ਮੋਦੀ ਦੀ ਕੋਠੀ 'ਚ ਨਜ਼ਰ ਆਉਣ ਲੱਗ ਗਏ ਤੇ ਉਹਦੇ 'ਚ ਫਿਰ ਹਰਮੀਤ ਸਿੰਘ ਕਾਲੇਕੇ ਜਿਹੜਾ ਬਣਿਆ 47 ਤੋਂ 27 ਸੀਟਾਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ। ਬਾਕੀ ਸਰਨਾਮ ਔਰ ਮਨਜੀਤ ਸਿੰਘ ਦੀ ਜਾਗੋ ਪਾਰਟੀ ਜਾਂ ਭਾਈ ਰਣਜੀਤ ਸਿੰਘ ਇਹਨਾਂ ਦੇ ਕੋਲ ਸੀ। ਚਲੋ ਹੁਣ ਜਿਸ ਤਰੀਕੇ ਨਾਲ ਉੱਥੇ ਕਾਲਕਾ ਵੀ ਜੰਪ ਕਰਕੇ ਇੱਧਰ ਚਲਾ ਗਿਆ, ਆਪਦੀ ਨਵੀਂ ਪਾਰਟੀ ਬਣਾ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ, ਸਫਾਈ ਕਰਤਾ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ। ਮਤਲਬ ਸਿੱਧੇ ਤਰੀਕੇ ਨਾਲ ਹੁਣ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਕਹਿ ਲਈਏ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ ਅਧੀਨ ਹੈ। ਮਤਲਬ ਦਖਲਅੰਦਾਜ਼ੀ ਜੇ ਕਰਨੀ ਚਾਹੇ ਕਦੇ ਵੀ ਹੋ ਸਕਦੀ ਹੈ ਜਾਂ ਹੁੰਦੀ ਹੈ। ਹੁਣ ਡਰ ਕੀ ਹੈ ਇਹਨਾਂ ਨੂੰ? ਡਰ ਨੂੰ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਸਮਝਿਆ ਜਾਂ ਨਹੀਂ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦਾ ਪਤਾ ਸੀ। ਹੁਣ ਤੁਸੀਂ ਉਹਨਾਂ ਦੀ ਪਿਛਲੀ ਸਪੀਚ ਸੁਣੋ, ਸਭ ਤੋਂ ਜ਼ਿਆਦਾ ਉਹਨਾਂ ਨੇ ਇਹ ਕਿਹਾ ਕਿ ਜੀ ਹੁਣ ਸਾਡੇ ਜਿਹੜੇ ਸਿਆਸੀ ਦੁਸ਼ਮਣਾਂ ਦੀ ਅੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਸੱਚੀ ਗੱਲ ਇਹ ਹੈ ਕਿ ਜਿਹਦੇ ਕੋਲ ਗੁਰਦੁਆਰਾ ਪ੍ਰਬੰਧ ਹੋਏਗਾ ਉਹ ਸਿੱਖ ਜੋ ਮਰਜ਼ੀ ਹੈ, ਜਿਹੜੇ ਮਰਜ਼ੀ ਅਕਾਲੀ ਦਲ ਹੈ, ਉਹ ਤਕੜਾ ਅਕਾਲੀ ਦਲ ਹੋ। ਇਹ ਗੱਲ ਵੀ ਸਹੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਕੱਲੀਆਂ ਇੱਥੇ ਨਹੀਂ ਆਈਆਂ, ਲੇਕਿਨ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਸ ਹਾਲਾਤ ਦੇ ਵਿੱਚ ਗੁਰਦੁਆਰਾ ਕਮੇਟੀ ਦੀ ਚੋਣ ਹੁੰਦੀ ਹੈ ਤਾਂ ਇਹਨਾਂ ਨੂੰ ਖਤਰਾ ਜਿਹੜਾ ਹੈ ਵੱਡਾ ਬਣਿਆ ਹੋਇਆ ਹੈ। ਕਿਉਂਕਿ ਉੱਥੇ ਸੁਖਦੇਵ ਸਿੰਘ ਢੀਂਡਸਾ, ਉੱਥੇ ਜਾਗੋ ਪਾਰਟੀ ਮਨਜੀਤ ਸਿੰਘ ਜੀ ਕੇ, ਉੱਥੇ ਐਚਐਸ ਫੂਲਕਾ, ਇਹ ਸਾਰੇ ਗੁਰਦੁਆਰਾ ਸੁਧਾਰ ਦੀ ਦੂਜੀ ਤੀਜੀ ਲੈਣ ਦੀਆਂ ਗੱਲਾਂ ਪਹਿਲੇ ਹੀ ਕਰ ਰਹੇ ਨੇ। ਸੋ ਇਹ ਇੱਕ ਬਹੁਤ ਵੱਡਾ ਡਰ ਹੈ, ਜਿਹੜਾ ਡਰ ਸਹੀ ਵੀ ਹੈ ਤੇ ਇਹ ਹੋ ਵੀ ਸਕਦਾ ਹੈ। ਇਹ ਸ਼੍ਰੋਮਣੀ ਅਕਾਲੀ ਦਲ ਲਈ ਭਾਣਾ ਵਾਪਰ ਵੀ ਸਕਦਾ ਹੈ। ਇਸੇ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੇ ਨਾਂ ਤੇ ਜੋ ਮਰਜ਼ੀ ਕਰੀ ਚਲੋ, ਇੱਕ ਨਵੀਂ ਪਾਰਟੀ ਦੀ ਸਪੇਸ ਖੜੀ ਹੋਈ ਪਈ ਹੈ। ਜੀ, ਮੇਰਾ ਆਖਰੀ ਸਵਾਲ ਹੈ ਕਿ ਕਾਂਗਰਸ ਦੀ ਖਿੱਚੋਤਾਣ G23 ਵਾਲੇ ਮੁਲਾਕਾਤਾਂ ਕਰ ਰਹੇ ਨੇ, ਗੁਲਾਮ ਨਬੀ ਆਜ਼ਾਦ ਜਾ ਕੇ ਸੋਨੀਆ ਗਾਂਧੀ ਨਾਲ ਵੀ ਗੱਲਬਾਤ ਹੋਈ ਆ। ਇੱਧਰ ਸੁਨੀਲ ਜਾਖੜ ਹੋਣੀ ਲਗਾਤਾਰ ਚਰਨਜੀਤ ਚੰਨੀ ਤੇ ਆਪਣੇ ਜਿਹੜੇ ਰਾਜ ਸਭਾ ਦੇ ਵਿੱਚ ਅੰਬਿਕਾ ਸੋਨੀ ਨੇ ਉਹਨਾਂ ਤੇ ਹਮਲਾਵਰ ਨੇ। ਨਵਜੋਤ ਸਿੱਧੂ ਸਾਹਿਬ ਚੁੱਪ ਬੈਠੇ ਨੇ ਤੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਕਾਰਗੁਜ਼ਾਰੀ ਹੈ ਉਹ ਹੁਣ ਕੋਈ ਅੱਗੇ ਨਜ਼ਰ ਨਹੀਂ ਆਉਂਦੀ ਕਿ ਅੱਗੋਂ ਇਹਨਾਂ ਨੇ ਕਰਨਾ ਕੀ ਆ। ਨੈਸ਼ਨਲ ਲੈਵਲ ਉੱਤੇ ਆਪ ਵਾਲੇ ਤਾਂ ਕਹਿੰਦੇ ਕਿ ਕੇਜਰੀਵਾਲ ਸਾਹਿਬ ਟੱਕਰ ਦੇਣਗੇ 2024 ਦੇ ਵਿੱਚ, ਪਰ ਕਾਂਗਰਸ ਜਿਹੜੀ ਹੈ ਉਹ ਪਿਛੜਦੀ ਨਜ਼ਰ ਆ ਰਹੀ ਹੈ। ਵੈਸੇ ਇੱਕ ਵਾਰ ਮੇਰਾ ਮਿੱਤਰ ਹੈ ਗਿਰਜਾ ਸ਼ੰਕਰ, ਤੇ ਇੱਕ ਮੇਰੇ ਮਿੱਤਰ ਤਹਿਸੀਲਦਾਰ ਕਹਿੰਦੇ ਅੱਜ ਆਪਾਂ ਇੱਕ ਫੰਕਸ਼ਨ ਕਰਨਾ ਹੈ, ਜੇ ਪਾਤਰ ਸਾਹਿਬ ਨੂੰ ਬੁਲਾ ਦੋ। ਮੈਂ ਪਾਤਰ ਸਾਹਿਬ ਨਾਲ ਗੱਲ ਕੀਤੀ, ਕਹਿੰਦੇ ਆ ਜਾਂਦੇ ਆ। ਉਹ ਆ ਗਏ ਤੇ ਉੱਥੇ ਗਿਰਜਾ ਸ਼ੰਕਰ ਆਏ ਹੋਏ ਸੀ ਤੇ ਮੈਂ ਕੁਝ ਦੋਸਤਾਂ ਨੂੰ ਬੁਲਾਇਆ, ਡਾਕਟਰ ਧਰਮਵੀਰ ਗਾਂਧੀ ਵੀ, ਤੇ ਸਾਰੇ ਇਹ ਆ ਗਏ। ਉੱਥੇ ਮੈਂ ਗਿਰਜਾ ਸ਼ੰਕਰ ਨਵੀਂ ਮਹਾਭਾਰਤ ਚ ਲੋਕਾਂ ਦੀ ਚਰਚਾ ਸੀ ਤੇ ਗਿਰਜਾ ਸ਼ੰਕਰ ਤੁਹਾਡੇ ਜਿਨ੍ਹਾਂ ਨੇ ਮਹਾਭਾਰਤ ਦੇਖੀ ਹੈ ਧ੍ਰਿਤਰਾਸ਼ਟਰ ਬਣੇ ਸੀ, ਤੇ ਮੈਂ ਇਸ ਕਰਕੇ ਆਨਰ ਕੀਤਾ ਸੀ। ਮੈਂ ਕਿਹਾ ਭਾਈ ਜਿਹੜਾ ਨਾ ਪੁੱਤਰ ਮੋਹ ਹੈ ਉਹ ਹਜ਼ਾਰਾਂ ਸਾਲ ਪਹਿਲਾਂ ਮਹਾਭਾਰਤ ਵਾਲਾ ਹਾਲੇ ਵੀ ਕਾਇਮ ਹੈ। ਤੁਹਾਨੂੰ ਦੇਖ ਕੇ ਸਾਨੂੰ ਅੱਜ ਵਾਲੇ ਪੁੱਤਰ ਮੋਹ ਨਜ਼ਰ ਆ ਜਾਂਦੇ ਨੇ, ਚਾਹੇ ਉਹਨੂੰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਤੇ ਲਾ ਲਓ, ਚਾਹੇ ਸੋਨੀਆ ਗਾਂਧੀ ਦੇ ਪੁੱਤਰ ਤੇ ਲਾ ਲਓ, ਚਾਹੇ ਕਿਸੇ ਹੋਰ ਦੇ ਪੁੱਤਰ ਤੇ ਲਾ ਲਓ। ਸੋ ਇਹ ਪੁੱਤਰ ਮੋਹ ਤਾਂ ਸਾਰੀਆਂ ਪਾਰਟੀਆਂ 'ਚ ਖਰਾਬ ਕਰ ਰਿਹਾ ਹੈ। ਬਹੁਤ ਘੱਟ ਨੇ। ਅਸੀਂ ਤਾਂ ਦੇਖਿਆ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ
ਮਹਾਰਾਜਾ ਰਣਜੀਤ ਸਿੰਘ ਹੋਇਆ, ਲੇਕਿਨ ਉਹ ਪੁੱਤਰਾਂ ਦੀ ਆਪਸੀ ਲੜਾਈ ਨੇ ਦੇਖੋ ਕਿਵੇਂ ਮਾਰਿਆ। ਸੋ ਪੁੱਤਰ ਚੰਗੇ ਹੋਣ ਬਹੁਤ ਵਧੀਆ ਗੱਲ ਹੁੰਦੀ ਹੈ, ਚਲੋ ਉਹ ਮਸਲਾ ਫੇਰ ਕਦੇ ਛੇੜਾਂਗੇ। ਲੇਕਿਨ ਜਿਹੜੀ ਗੱਲ ਤੁਸੀਂ ਪੁੱਛੀ ਹੈ ਉਹਦੇ 'ਚ ਗੱਲ ਪਹਿਲਾਂ ਤਾਂ ਅੱਜ G23 ਤੋਂ ਪਹਿਲਾਂ ਵੀ G23 ਦੇ ਇੱਕ ਪੰਜਾਬੀ ਮੈਂਬਰ ਦੀ ਅੱਜ ਇੱਕ ਬਹੁਤ ਵੱਡੀ ਇੰਟਰਵਿਊ ਹੈ, ਉਹ ਹੈ ਮਨੀਸ਼ ਤਿਵਾੜੀ ਦੀ। ਉਹ ਕਹਿੰਦਾ ਸਾਡਾ ਪਤਨ ਪਹਿਲਾਂ ਤੋਂ ਵੈਸਾ, ਉਹ ਕਹਿੰਦਾ 14 ਤੋਂ ਲੈ ਕੇ 49 ਵਾਰ ਚੋਣਾਂ ਹੋਈਆਂ ਨੇ, 39 ਵਾਰ ਅਸੀਂ ਹਾਰ ਗਏ। ਲੇਕਿਨ ਉਹਨੇ ਜਿਹੜੀ ਗੱਲ ਕੀਤੀ ਪੰਜਾਬ ਦੀ, ਉਹਦੇ ਕਹਿੰਦਾ ਪਤਨ ਤਾਂ ਮਲਕ ਰਾਜ ਖੜਗੇ ਦੀ ਜਿਹੜੀ ਕਮੇਟੀ ਬਣੀ ਉਹ ਤੋਂ ਸ਼ੁਰੂ ਹੋ ਗਿਆ। ਦੂਜੀ ਗੱਲ ਕਹਿੰਦੇ ਹਰੀਸ਼ ਰਾਵਤ ਜਿਹੜਾ ਕਿ ਉੱਤਰਾਖੰਡ 'ਚ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ, ਉਹਦੀ ਗਲਤ ਬਿਆਨੀਆਂ, ਗਲਤ ਜਾਣਕਾਰੀ ਉਹਨੇ ਦਿੱਤੀ, ਉਹਦੀਆਂ ਗਲਤੀਆਂ। ਤੀਜੀ ਉਹਨੇ ਜ਼ਿੰਮੇਵਾਰੀ ਭਾਈ ਸੋਨੀਆ ਗਾਂਧੀ ਤੇ, ਜਾਂ ਸਮਝੋ ਰਾਹੁਲ ਗਾਂਧੀ ਤੇ ਪ੍ਰਿਅੰਕਾ ਤੇ। ਕਹਿੰਦੇ ਕੈਪਟਨ ਨੂੰ ਕੱਢਣਾ ਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਬਹੁਤ ਵੱਡੀ ਗਲਤੀ ਸੀ। ਜਾਣੀ ਜੇ ਕਾਂਗਰਸ ਮੁਕਤ ਦੇਸ਼ ਬਣਾਉਣਾ ਹੈ ਤਾਂ ਇਹ ਕਾਰਨ ਉਹ ਕਹਿੰਦੇ ਆਪ ਹੀ ਇਹਨਾਂ ਨੇ ਬਣਾਉਣੇ ਸ਼ੁਰੂ ਕਰਤੇ। ਉਹਦੇ ਵਿੱਚ ਉਹਨਾਂ ਨੇ ਮਨੀਸ਼ ਤਿਵਾੜੀ ਨੇ ਬੜੇ ਖੁੱਲੇ ਸ਼ਬਦਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਜਿਹੜਾ ਹੈ ਅਟੈਕ ਕੀਤਾ। ਇਹ ਤਾਂ ਹੈ G23 ਨਾਲ। ਹੁਣ ਉਹ ਇਹ ਕਹਿੰਦੇ ਨੇ ਕਿ ਜੇ ਬਚਣਾ ਤਾਂ ਆਪਾਂ ਨੂੰ ਕੋਈ ਪੁਰਾਣੇ ਤਰੀਕੇ ਅਪਣਾਉਣੇ ਪੈਣੇ ਨੇ। ਜ਼ਿੰਮੇਵਾਰੀ ਜਿਨ੍ਹਾਂ ਦੇ ਸਿਰ ਹੈ ਉਹਨਾਂ ਨੂੰ ਕੱਢ ਦੇਣਾ ਚਾਹੀਦਾ, ਉਹਨਾਂ ਨੂੰ ਲਾਂਭੇ ਕਰ ਦੇਣਾ ਚਾਹੀਦਾ। ਇਹ ਗੱਲ ਸਿੱਧੇ ਤੌਰ ਤੇ ਇਹ ਚੰਨੀ ਕੈਪਟਨ ਤੇ ਇਹਨਾਂ ਤੇ ਉਹਨਾਂ ਨੇ ਕਰ ਲਈ। ਕੈਪਟਨ ਦੇ ਤਾਂ ਉਹ ਹੱਕ 'ਚ ਬੋਲੇ ਨਵਜੋਤ ਸਿੱਧੂ। ਹੁਣ ਜਿਹੜਾ ਤੁਸੀਂ ਕਿਹਾ ਕਿ ਉਹਨਾਂ ਦੇ ਸਾਥੀ ਦੋ, ਇੱਕ ਭੁਪਿੰਦਰ ਹੁੱਡਾ ਰਾਹੁਲ ਗਾਂਧੀ ਨੂੰ ਮਿਲਿਆ, ਫਿਰ ਉਹਨਾਂ ਨੇ ਇੱਕ ਗਰਾਊਂਡ ਬਣਾਈ, ਦੁਬਾਰਾ ਜਾ ਕੇ ਗੁਲਾਮ ਨਬੀ ਆਜ਼ਾਦ ਨੂੰ ਮਿਲੇ। ਗੁਲਾਮ ਨਬੀ ਆਜ਼ਾਦ ਨੇ ਕੱਲ ਸੋਨੀਆ ਗਾਂਧੀ ਨਾਲ ਗੱਲ ਕੀਤੀ। ਤੇ ਹੁਣ ਗੱਲ ਤਾਂ ਇਹ ਹੈ, ਉੱਥੇ ਵੀ ਉਹੀ ਗੱਲ ਹੈ ਕਿ G23 ਇਹ ਜਿਹੜੇ 23 ਨੇ ਹੁਣ ਤਾਂ ਵੱਧ ਗਏ, ਹੁਣ ਕੱਲੇ 23 ਨਹੀਂ ਰਹੇ। ਉਹ ਪਹਿਲੀ ਮੀਟਿੰਗ 'ਚ 23 ਸੀ, ਉਹ ਤਾਂ ਪ੍ਰਨੀਤ ਕੌਰ ਵੀ ਉੱਧਰ ਚਲੀ ਗਈ, ਕੁਲਦੀਪ ਸ਼ਰਮਾ ਵੀ ਚਲਿਆ ਗਿਆ, ਉਹ ਤਾਂ G25 ਵੀ ਕਹਿ ਲਓ, ਪਰ ਮੈਨੂੰ ਲੱਗਦਾ ਇਹ ਵੀ ਜ਼ਿਆਦਾ ਨੇ। ਤੇ ਇਹਨਾਂ 'ਚ ਕਿਹੜਾ ਲੀਡਰ ਬਣਾਉਂਗੇ ਜੇ ਸੋਨੀਆ ਗਾਂਧੀ ਨਹੀਂ ਹੈ? ਮੰਨ ਲਓ ਕਿ ਉਹ ਸੋਨੀਆ ਗਾਂਧੀ ਅੱਜ ਕਹਿ ਦਿੰਦੀ ਹੈ ਕਿ ਗਾਂਧੀ ਪਰਿਵਾਰ ਲਾਂਭੇ ਹੋ ਗਿਆ, ਕਿਹਨੂੰ ਬਣਾਓਗੇ? ਇਹੀ ਤਾਂ ਇੱਕ ਪਰਿਵਾਰਵਾਦੀ ਜਿਹੜਾ ਮੋਦੀ ਅਟੈਕ ਕਰਦਾ ਵਾਰ-ਵਾਰ, ਇਸੇ ਗੱਲ ਤੇ ਕਰਦਾ। ਤਾਂ ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ? ਇਹ G23 ਜਿਹੜੇ ਕੰਮ ਤੇ ਲੱਗੇ ਨੇ, ਠੀਕ, ਆਪਾਂ ਇਹਨੂੰ ਡੈਮੋਕ੍ਰੈਟਿਕ ਸੈਟਅਪ ਦੇ ਹਿਸਾਬ ਨਾਲ ਚਲਾਈਏ। ਗੱਲ ਤਾਂ ਉਹੀ ਠੀਕ ਹੈ। ਮਤਲਬ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਕੋਈ ਇੱਕ ਕਮੇਟੀ ਬਣਦੀ, ਫਿਰ ਉਹਨਾਂ ਚੋਂ ਦੇਖਦੇ ਕਿ ਜਿਹੜੇ ਲੋਕਤੰਤਰ ਢੰਗ ਨਾਲ, ਜਿਹਨੂੰ ਇਹ ਕਹਿੰਦੇ ਨੇ ਜਥੇਬੰਦਕ ਚੋਣ ਕਰਾਵਾਂਗੇ, ਚਲੋ ਹੁੰਦੀ ਹੈ ਜਾਂ ਨਹੀਂ ਹੁੰਦੀ। ਹਾਲ ਦੀ ਘੜੀ ਜਿਸ ਤਰੀਕੇ ਨਾਲ ਕਾਂਗਰਸ ਹਾਰ ਰਹੀ ਹੈ, ਮੋਦੀ ਸਾਹਿਬ ਦਾ ਸੁਪਨਾ ਤਾਂ ਨਹੀਂ ਪੂਰਾ ਹੋਇਆ ਕਿ ਆਪਾਂ ਕਾਂਗਰਸ ਮੁਕਤ ਬਣਾਉਣੀ ਹੈ ਸਰਕਾਰ। ਲੇਕਿਨ ਜਿਹੜੀ ਗੱਲ ਵਿਰੋਧੀ ਤਾਕਤਾਂ, ਬੀਜੇਪੀ ਦੇ ਖਿਲਾਫ ਵਾਲੀਆਂ ਤਾਕਤਾਂ, ਉਹਦੇ 'ਚ ਇੱਕ ਲੇਡੀ ਜ਼ਿਆਦਾ ਤਾਕਤਵਰ ਹੋ ਗਈ ਸੋਨੀਆ ਗਾਂਧੀ ਤੋਂ, ਉਹ ਹੈਗੀ ਹੈ ਬੀਬੀ ਮਮਤਾ ਬੈਨਰਜੀ। ਤਾਂ ਮਮਤਾ ਬੈਨਰਜੀ ਤੇ ਸੋਨੀਆ ਗਾਂਧੀ ਦੀ ਬਣਦੀ ਨਹੀਂ। ਤਾਂ ਇਸ ਮਮਤਾ ਆਈ, ਸੋਨੀਆ ਨੂੰ ਨਹੀਂ ਮਿਲੀ, ਬਾਕੀਆਂ ਨੂੰ ਉਹਨੇ ਇਕੱਠੇ ਵੀ ਕਰ ਲਿਆ। ਔਰ ਇੱਕ ਬੰਦਾ ਹੋਰ ਉੱਭਰ ਰਿਹਾ, ਉਹ ਹੈ MK ਸਟਾਲਿਨ, ਤਾਮਿਲਨਾਡੂ ਦਾ ਮੁੱਖ ਮੰਤਰੀ, ਤੇਜਸਵੀ ਯਾਦਵ। ਇਹ ਸਾਰੇ ਇਕੱਠੇ ਹੋ ਕੇ ਸਟਰੋਂਗ ਆਪੋਜੀਸ਼ਨ ਵੱਲੋਂ ਤਾਂ ਵੱਧ ਰਹੇ ਨੇ, ਪਰ ਕਾਂਗਰਸ ਤੋਂ ਬਿਨਾਂ ਗੁਜ਼ਾਰਾ ਇਹਨਾਂ ਦਾ ਵੀ ਨਹੀਂ। ਪਰ ਕਾਂਗਰਸ ਦਾ ਗੁਜ਼ਾਰਾ ਰਾਹੁਲ ਗਾਂਧੀ ਨਾਲ ਨਹੀਂ ਹੋਣਾ, ਇਹ ਗੱਲ ਵੀ ਸਪਸ਼ਟ ਹੈ। ਕੋਸ਼ਿਸ਼ ਕਰ ਰਹੇ ਨੇ, ਦੇਖੋ ਕਿੱਧਰ ਨੂੰ ਜਾਏਗੀ ਗੱਲ। ਜੀ ਬਿਲਕੁਲ ਬਿਲਕੁਲ। ਚਰਚਾਵਾਂ ਇਹ ਵੀ ਨੇ ਕਿ ਕੈਪਟਨ ਸਾਹਿਬ ਦੀ ਵੀ ਵਾਪਸੀ ਕਰਾਉਣੀ ਹੈ। ਸੋਨੀਆ ਗਾਂਧੀ ਨੂੰ ਇੱਕ ਮੀਟਿੰਗ ਦੇ ਵਿੱਚ ਕਿਹਾ ਗਿਆ, ਇੱਕ MP ਨੇ ਪੰਜਾਬ ਦੇ ਨੇ, ਕਿ ਕੈਪਟਨ ਸਾਹਿਬ ਨੂੰ ਜਿਹੜਾ ਉਹ ਵਾਪਸ ਬੁਲਾ ਲੈਣਾ ਚਾਹੀਦਾ। ਹੱਸ ਕੇ ਸਾਰ ਦਿੱਤਾ, ਪਰ ਹੁਣ ਕਾਂਗਰਸ ਦਾ ਭਵਿੱਖ ਕੀ ਹੈ? 2024 ਦੇ ਇਲੈਕਸ਼ਨ ਨੇ ਬੜਾ ਕੁਝ ਤੈਅ ਕਰਨਾ। ਇਧਰੋਂ ਅੱਗੇ ਗੁਜਰਾਤ ਦੇ ਵਿੱਚ ਵੀ ਇਲੈਕਸ਼ਨ ਆ ਰਹੀ ਆ। ਸ਼ੁਕਰੀਆ ਤੁਹਾਡਾ ਹਰਜਿੰਦਰਪਾਲ ਸਿੰਘ ਜੀ। ਸ਼ੁਕਰੀਆ ਜੀ।